गुरु प्यार वालिओ, जो नितनेम दीआं बाणियां दी लड़ीवार विचार चल रही है, उन्हां लड़ीवार गुरबाणी विचारां दे नाल आपां सांझ पाइए। विचारां दी आरंभता तो पहिलां सतगुरु धन गुरु ग्रंथ साहिब जी कृपा करन, अपना मेहर भरिया हथ सिर ते रखण। मालिक जी आप रसना उत्ते वरत के अपनी बाणी, अपने शब्द दी विचार आप करवा लेनी और आप सरबत संगत बख्शो असीस। कोई रसना वांझी ना रहे। दोवे हथ जोड़ अपनियां मन बिरतियां इकागर करदियां लवाओ गुरु चरना विच हाजरी। अदब सहित सरबत संगत मिल करके उचारण करो जी सतनाम श्री वाहे गुरु साहिब जी। एक बार फिर करो रसनामा पवित्र और मिलके आखो जी सतनाम श्री वाहे गुरु साहिब जी। वाहे गुरु साहिब जी। आनंद साहिब राम कली महला तीजा। आनंद इक ओंकार सत गुर प्रसाद। आनंद आनंद सब को कहे। आनंद गुरु ते जानिया। जानिया आनंद सदा गुर ते। कृपा करे प्यारिया। जिस पावन शब्द दा पाठ आप संगत ने बड़े अदब सत्कार दे नाल मानयोग भाई साहब होरां पासों सरवण कीता है। ये पावन बचन सतगुरु अमरदास पातशाह जी दे मुखारबिंद तो उचारण कीते हुए आनंद साहिब दी बाणी दे सिरलेख हेठ राम कली राग दे अंदर आनंद साहिब जी दी बाणी दी 7ਵੀਂ पौड़ी दे रूप विच सुभाईमान है। जिस अंदर अज गुरु साहिब जी ने उस शब्द नूं परिभाषित किया जो असीं निता प्रति अपनी जिंदगी दे अंदर पता ही नहीं किन्नी क वारी शब्द वरतदे हां। ख्याल रखिए इंसानी सोच जिहड़ी है उहदे लई आनंद लफ्ज़ बड़ा छोटा जिहा है।
ਇੰਨਾ ਕੁ ਛੋਟਾ ਹੈ ਕਿ ਚੰਗਾ ਭੋਜਨ ਖਾ ਲੈਣ ਤੋਂ ਬਾਅਦ ਵਿੱਚ ਵੀ ਇਹਦੀ ਜ਼ੁਬਾਨ ਕਹਿ ਦਿੰਦੀ ਵੀ ਮੈਨੂੰ ਆਨੰਦ ਆ ਗਿਆ। ਇਹਦੀ ਮੱਤ ਦੇ ਲਈ ਜਾਂ ਇਹਦੀ ਸੁਰਤ ਵਿੱਚ ਜਾਂ ਇਹਦੀ ਸੋਚ ਵਿੱਚ ਆਨੰਦ ਸ਼ਬਦ ਇੰਨਾ ਕੁ ਛੋਟਾ ਹੈ ਕਿ ਕਿਸੇ ਚੰਗੇ ਅਸਥਾਨ ਉੱਤੇ ਚਲਾ ਜਾਏ, ਜਿੱਥੇ 2 ਪਲ 4 ਪਲ ਇਹਨੂੰ ਖਿੜਾ ਮਿਲਿਆ, ਖੁਸ਼ੀ ਮਿਲੀ, ਉੱਥੇ ਜਾ ਕੇ ਵੀ ਇਹਦੀ ਜ਼ੁਬਾਨ ਨੇ ਇੱਕੋ ਗੱਲ ਹੀ ਆਖੀ ਵੀ ਮੈਨੂੰ ਅੱਜ ਆਨੰਦ ਆ ਗਿਆ। ਚੰਗਾ ਪਹਿਰਾਵਾ ਪਹਿਨ ਲਏ, 4 ਮਨੁੱਖ ਉਸਤਤ ਕਰ ਦੇਣ, ਜ਼ੁਬਾਨ ਫਿਰ ਉੱਥੇ ਆ ਕੇ ਖੜ ਜਾਂਦੀ ਹੈ ਕਿ ਮੈਨੂੰ ਆਨੰਦ ਮਿਲ ਗਿਆ। ਮਤਲਬ ਜਿਹੜਾ ਸ਼ਬਦ ਆਨੰਦ ਹੈ, ਇਹਨੂੰ ਰੋਜ਼ਾਨਾ ਦੀ ਰੂਟੀਨ ਵਿੱਚ ਵਰਤਦੇ ਹੋਏ ਇਨਸਾਨ ਨੇ ਬੜਾ ਛੋਟਾ ਜਿਹਾ ਸਮਝ ਕੇ ਤੇ ਇਹਨੂੰ ਵਰਤਦਾ ਰਿਹਾ। ਪਰ ਆਨੰਦ ਲਫ਼ਜ਼ ਠੀਕ ਹੈ, ਜਦੋਂ ਉਚਾਰਦੇ ਹਾਂ ਤੇ ਉਦੋਂ 3 ਅੱਖਰਾਂ ਦਾ ਹੀ ਹੈ, ਪਰ ਜੇ ਇਹਨੂੰ ਮੰਨਣ ਦੀ ਬਾਤ ਕਰੀਏ ਤੇ ਸਾਰੀ ਜ਼ਿੰਦਗੀ ਗੁਜ਼ਰ ਜਾਂਦੀ ਹੈ, ਪਰ ਆਨੰਦ ਜੀਵ ਮਾਣ ਨਹੀਂ ਸਕਿਆ। ਹੈ ਸਿਰਫ 3 ਅੱਖਰ ਹੀ ਨੇ, ਪਰ ਜ਼ਿੰਦਗੀ ਦੇ 60 ਸਾਲ 70 ਸਾਲ 80 ਸਾਲ 100 ਸਾਲ ਆਨੰਦ ਮਾਣ ਨਹੀਂ ਸਕਿਆ, ਸਮਝ ਹੀ ਨਹੀਂ ਸਕਿਆ ਆਨੰਦ ਹੈ ਕੀ, ਮੰਨਣਾ ਤੇ ਬੜੀ ਦੂਰ ਦੀ ਗੱਲ ਹੈ। ਜੇ ਸਮਝ ਲੈਂਦਾ ਤੇ ਸ਼ਾਇਦ ਮੰਨਣ ਵਾਲੇ ਪਾਸੇ ਤੁਰ ਪੈਂਦਾ, ਪਰ ਅਫਸੋਸ ਇਸ ਗੱਲ ਦਾ ਵੀ ਇਹਨੇ ਅਜੇ ਤੱਕ ਆਨੰਦ ਸ਼ਬਦ ਸਮਝਿਆ ਹੀ ਨਹੀਂ ਹੈ ਵੀ ਆਨੰਦ ਹੈ ਕੀ। ਚੰਗਾ ਖਾ ਕੇ ਆਨੰਦ ਨਹੀਂ ਆਉਂਦਾ, ਚੰਗਾ ਪਹਿਨ ਕੇ ਆਨੰਦ ਨਹੀਂ ਆਉਂਦਾ, ਜਾਂ ਚੰਗੇ ਥਾਂ ਤੇ ਕਿਤੇ ਜਾ ਕੇ 4 ਪਲ 5 ਪਲ 10 ਪਲ ਖੁਸ਼ੀ ਦੇ ਬਤੀਤ ਕਰ ਲੈਣ ਨਾਲ ਆਨੰਦ ਨਹੀਂ ਹੈ, ਜਾਂ ਕੁਝ ਚੰਗਾ ਦ੍ਰਿਸ਼ ਵੇਖ ਲੈਣ ਨਾਲ, ਚੰਗਾ ਨ੍ਰਿਤ ਵੇਖ ਲੈਣ ਦੇ ਨਾਲ ਆਨੰਦ ਨਹੀਂ ਆ ਜਾਂਦਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਜਾ ਕੇ ਨਾ, ਠੀਕ ਹੈ 2 ਪਲ ਦੀਆਂ 4 ਪਲ ਦੀਆਂ ਖੁਸ਼ੀਆਂ ਦਿੰਦੀਆਂ ਨੇ, ਇਹਦੇ ਵਿੱਚ ਕੋਈ ਅੱਤ ਕਥਨੀ ਨਹੀਂ। ਚੰਗਾ ਭੋਜਨ ਛਕਿਆ, ਪੇਟ ਦਾ ਧਰਵਾਸ ਹੋਇਆ, ਪੇਟ ਦੀ ਪੂਰਤੀ ਹੋਈ, ਪੂਰਤੀ ਤੋਂ ਬਾਅਦ ਵਿੱਚ ਮੈਂ ਬੜਾ ਪ੍ਰਸੰਨ ਹੋਇਆ ਵੀ ਮੇਰਾ ਪੇਟ ਭਰ ਗਿਆ, ਮੈਂ ਰੱਜ ਗਿਆ। ਸਵਾਦਿਸ਼ਟ ਭੋਜਨ ਸੀ, ਸਵਾਦਿਸ਼ਟ ਭੋਜਨ ਖਾਧਾ, ਖੁਸ਼ੀ ਮਿਲੀ, ਪ੍ਰਸੰਨਤਾ ਮਿਲੀ, ਆਪਣਾ ਪੇਟ ਭਰ ਕੇ ਭੋਜਨ ਛਕਿਆ। ਪਰ ਮੈਂ ਇਹ ਨਹੀਂ ਕਹਿ ਸਕਦਾ ਵੀ ਭੋਜਨ ਖਾਣਾ ਆਨੰਦ ਹੈ। ਹਾਂ, ਜਦੋਂ ਕਿਤੇ ਜੀਵ ਆਪਣੀ ਜ਼ਿੰਦਗੀ ਦੇ ਅੰਦਰ ਅਕਾਲ ਪੁਰਖ ਪਰਮੇਸ਼ਵਰ ਜੀ ਦੀ ਮਿਹਰ ਦੇ ਸਦਕਾ ਉਸ ਅਵਸਥਾ ਤੇ ਪਹੁੰਚ ਜਾਂਦਾ ਜਿਹੜੀ ਅਵਸਥਾ ਆਨੰਦ ਦੀ ਪ੍ਰਤੀਕ ਹੈ, ਉੱਥੇ ਜਾ ਕੇ ਕਹਿ ਸਕਦੇ ਹਾਂ ਜੀਵ ਦਾ ਖਾਣਾ ਵੀ ਆਨੰਦ ਬਣ ਜਾਂਦਾ ਹੈ, ਜੀਵ ਦਾ ਸੌਣਾ ਵੀ ਆਨੰਦ ਬਣ ਜਾਂਦਾ ਹੈ, ਜੀਵ ਦਾ ਪਹਿਨਣਾ ਵੀ ਆਨੰਦ ਬਣ ਜਾਂਦਾ ਹੈ, ਜੀਵ ਦਾ ਬੋਲਣਾ ਆਨੰਦ ਬਣ ਜਾਂਦਾ ਹੈ, ਜੀਵ ਦਾ ਹੱਸਣਾ ਆਨੰਦ ਬਣ ਜਾਂਦਾ ਹੈ। ਉੱਥੇ ਜਾ ਕੇ ਫਿਰ ਹਰ ਇੱਕ ਚੀਜ਼ ਆਨੰਦ ਬਣ ਜਾਂਦੀ ਹੈ। ਪਰ ਜਿਤਨਾ ਚਿਰ ਅਸੀਂ ਅਕਾਲ ਪੁਰਖ ਪਰਮੇਸ਼ਵਰ ਜੀ ਦੀ ਬਖਸ਼ਿਸ਼ ਦੇ ਪਾਤਰ ਨਹੀਂ ਬਣੇ, ਜਾਂ ਉਹ ਅਵਸਥਾ ਜਿਸ ਅਵਸਥਾ ਦੇ ਉੱਤੇ ਆ ਕੇ ਆਨੰਦ ਦੀ ਬਾਤ ਚੱਲਦੀ ਹੈ ਜਾਂ ਆਨੰਦ ਦੀ ਪ੍ਰਾਪਤੀ ਹੁੰਦੀ ਹੈ, ਉਸ ਅਵਸਥਾ ਤੇ ਨਹੀਂ ਪਹੁੰਚੇ, ਉਹਦੇ ਤੋਂ ਪਹਿਲਾਂ ਤੇ ਅਸੀਂ ਆਨੰਦ ਲਫ਼ਜ਼ ਜਿਹੜਾ ਉਹਦੀ ਪਰਿਭਾਸ਼ਾ ਵੀ ਚੰਗੀ ਤਰ੍ਹਾਂ ਸਮਝ ਨਹੀਂ ਸਕੇ ਵੀ ਆਨੰਦ ਕਹਿੰਦੇ ਕਿਹਨੂੰ ਨੇ। ਹੁਣ ਸਤਿਗੁਰੂ ਜੀ ਨੇ ਅੱਜ ਇਸੇ ਸ਼ਬਦ ਨੂੰ ਪਰਿਭਾਸ਼ਿਤ ਕੀਤਾ ਵੀ ਆਨੰਦ ਹੈ ਕੀ, ਤੇ ਆਨੰਦ ਆਉਂਦਾ ਕਿਵੇਂ ਹੈ, ਆਨੰਦ ਮਿਲਦਾ ਕਿੱਥੋਂ ਹੈ, ਤੇ ਕਿਵੇਂ ਅਸੀਂ ਆਪਣੀ ਜ਼ਿੰਦਗੀ ਜਿਹੜੀ ਹੈ ਇਹਨੂੰ ਆਨੰਦਮਈ ਬਤੀਤ ਕਰ ਸਕਦੇ ਹਾਂ। ਮੈਂ ਫਿਰ ਦੁਹਰਾਉਂਦਾ ਚੱਲਾਂ, ਸ਼ਬਦ ਬੜਾ ਛੋਟਾ ਜਿਹਾ ਪਰ ਜ਼ਿੰਦਗੀ ਗੁਜ਼ਰ ਜਾਂਦੀ ਹੈ ਇਸ ਨੂੰ ਸਮਝਣ ਲੱਗਿਆਂ ਔਰ ਇਹਨੂੰ ਮੰਨਣ ਲੱਗਿਆਂ। ਸਤਿਗੁਰੂ ਜੀ ਨੇ ਜ਼ਿਕਰ ਕੀਤਾ, ਕਹਿੰਦੇ ਆਨੰਦ ਆਨੰਦ ਸਭ ਕੋ ਕਾਹੈ। ਹੁਣ ਕਹਿਣ ਨੂੰ ਤੇ ਹਰ ਕੋਈ ਕਹੀ ਜਾਂਦਾ ਹੈ, ਹਰ ਕੋਈ ਆਖੀ ਵੀ ਜਾਂਦਾ ਹੈ, ਤੇ ਇੱਥੋਂ ਤੱਕ ਹਰ ਇੱਕ ਕਰਮ ਨੂੰ ਕਰਦਾ ਹੋਇਆ ਕਹੀ ਜਾਂਦਾ ਹੈ। ਕਿੱਡੀ ਹੈਰਾਨੀਜਨਕ ਬਾਤ ਹੈ। ਗੁਰੂ ਸਾਹਿਬ ਨੇ ਆਨੰਦ ਦਾ ਜ਼ਿਕਰ ਕੀਤਾ ਤੇ ਮਨੁੱਖ ਦੀ ਜਿਹੜੀ ਸੁਰਤ ਹੈ ਉਹ ਇਹ ਕਹਿ ਰਹੀ ਹੈ ਸਭ ਕੋ ਕਹੈ, ਹਰ ਕੋਈ ਕਹੀ ਜਾਂਦਾ ਮੈਨੂੰ ਆਨੰਦ ਮਿਲ ਗਿਆ।
ਜਿਹਨੂੰ ਸਤਿਗੁਰੂ ਜੀ ਨੇ ਬਾਣੀ ਚ ਆਖਿਆ ਨਾ, ਸਭ ਕਹਿਤੇ ਹੈ ਪਾਇਆ। ਹਰ ਕੋਈ ਕਹੀ ਜਾਂਦਾ ਵੀ ਮੈਨੂੰ ਹਾਸਲ ਹੋ ਗਿਆ। ਘਾਟ ਨਾ ਕਿਨਹੀ ਕਹਾਇਆ, ਸਭ ਕਹਿਤੇ ਹੈ ਪਾਇਆ। ਘੱਟ ਤੇ ਅਖਵਾਉਣ ਨੂੰ ਕੋਈ ਵੀ ਤਿਆਰ ਨਹੀਂ ਹੈ। ਜੇ ਇੱਕ ਬੰਦਾ ਕਹਿ ਰਿਹਾ ਮੈਨੂੰ ਆਨੰਦ ਮਿਲ ਗਿਆ, ਦੂਜਾ ਕਿਵੇਂ ਨਾ ਆਖੇਗਾ? ਉਹ ਵੀ ਕਹੇਗਾ ਮੈਂ ਆਨੰਦ ਹਾਸਲ ਕਰ ਲਿਆ। ਤੇ ਆਨੰਦ ਮਿਲਣਾ ਕਿਵੇਂ ਸੀ, ਇਸ ਗੱਲ ਨੂੰ ਸਮਝਿਆ ਕੋਈ ਨਹੀਂ। ਤੇ ਗੁਰੂ ਸਾਹਿਬ ਕੀ ਆਖਦੇ? ਆਨੰਦ ਗੁਰੂ ਤੇ ਜਾਣਿਆ। ਇੱਥੇ ਨਾ ਉਚਾਰਨ ਲੱਗਿਆਂ ਵੀ ਖਿਆਲ ਰੱਖੀਏ। ਕਈ ਵਾਰ ਉਚਾਰਨ ਕਰਦਿਆਂ ਹੋਇਆਂ ਅਸੀਂ ਆਨੰਦ ਗੁਰ ਤੇ ਜਾਣਿਆ ਕਹਿ ਕੇ ਚਲੇ ਜਾਈਦਾ, ਪਰ ਉੱਥੇ ਰਾਰੇ ਨੂੰ ਔਂਕੜ ਨਹੀਂ ਹੈ, ਰਾਰੇ ਨੂੰ ਦੋ ਲੈਂਕੜ ਲੱਗੇ ਹੋਏ ਨੇ, ਜਿਨ੍ਹਾਂ ਦਾ ਪ੍ਰੋਨਾਊਂਸੀਏਸ਼ਨ ਹੋਏਗੀ, ਜਿਨ੍ਹਾਂ ਦਾ ਉਚਾਰਨ ਕੀਤਾ ਜਾਏਗਾ। ਆਨੰਦ ਆਨੰਦ ਸਭ ਕੋ ਕਹੈ। ਹਰ ਜੀਵ ਜਿਹੜਾ ਹੈ ਉਹ ਆਖ ਦਿੰਦਾ ਹੈ ਕਿ ਮੈਨੂੰ ਆਨੰਦ ਪ੍ਰਾਪਤ ਹੋ ਗਿਆ, ਪਰ ਆਨੰਦ ਗੁਰੂ ਤੇ ਜਾਣਿਆ। ਗੁਰੂ ਸਾਹਿਬ ਜੀ ਆਖਦੇ ਅਸਲ ਵਿੱਚ ਆਨੰਦ ਜਿਹੜਾ ਹੈ ਨਾ, ਆਨੰਦ ਦੀ ਸੂਝ, ਆਨੰਦ ਦੀ ਸਮਝ ਜਿਹੜੀ ਹੈ ਉਹ ਗੁਰੂ ਕੋਲੋਂ ਮਿਲਦੀ ਹੈ, ਗੁਰੂ ਤੋਂ ਪ੍ਰਾਪਤ ਹੁੰਦੀ ਹੈ। ਆਨੰਦ ਹੈ ਕੀ? ਇਨਸਾਨ ਆਪਣੀ ਸੰਸਾਰਿਕ ਜ਼ਿੰਦਗੀ ਜਿਉਂਦਾ ਹੈ। ਸੰਸਾਰਿਕ ਜ਼ਿੰਦਗੀ ਨੂੰ ਜਿਉਂਦਾ ਹੋਇਆ ਕਈ ਤਰ੍ਹਾਂ ਦੇ ਕਾਰ ਵਿਹਾਰ ਇਹ ਕਰਦਾ ਹੈ। ਉਹਨਾਂ ਕਾਰਾਂ ਤੇ ਵਿਹਾਰਾਂ ਨੂੰ ਕਰਦਾ ਹੋਇਆ ਇਹ ਜੀਵ ਆਨੰਦ ਦੀ ਬਾਤ ਅਕਸਰ ਕਰਦਾ ਹੈ। ਜਿਵੇਂ ਆਰੰਭਤਾ ਵਿੱਚ ਆਪਾਂ ਪਾਵਨ ਬਚਨ ਪੜ੍ਹ ਕੇ ਆਏ ਆ ਨਾ, ਵੀ ਮੇਰੀ ਜ਼ਿੰਦਗੀ 'ਚ ਤੇ ਆਨੰਦ ਹੀ ਉਦਣ ਆਇਆ ਜਿੱਦਣ ਮੈਂ ਗੁਰੂ ਨੂੰ ਪ੍ਰਾਪਤ ਕੀਤਾ ਤੇ ਸੰਬੋਧਨ ਕੀਤਾ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਆਨੰਦ ਮਿਲ ਗਿਆ। ਫਿਰ ਸਤਿਗੁਰੂ ਜੀ ਦੀ ਜਦੋਂ ਬਾਣੀ ਪੜਾਂਗੇ ਨਾ, ਤੇ ਬਾਣੀ ਅੰਦਰ ਇੱਕ ਲਫ਼ਜ਼ ਗੁਰੂ ਸਾਹਿਬ ਜੀ ਨੇ ਵਰਤਿਆ, ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਪੰਨਾ। ਜਦੋਂ ਪਰਮੇਸ਼ਵਰ ਨੇ ਬੰਨਾ ਦੇ ਦਿੱਤਾ, ਰੋਕ ਲਾ ਦਿੱਤੀ, ਦੁੱਖਾਂ ਤੋਂ ਰੋਗਾਂ ਤੋਂ ਮੈਨੂੰ ਬਚਾ ਲਿਆ। ਜਿੱਥੇ ਦੁੱਖਾਂ ਤੇ ਰੋਗਾਂ ਤੋਂ ਬਚਾਇਆ, ਉੱਥੇ ਉਹਨੇ ਦੁੱਖਾਂ ਤੇ ਰੋਗਾਂ ਦਾ ਡੇਰਾ ਵੀ ਭੰਨ ਦਿੱਤਾ ਹੈ। ਜੋ ਟਿਕਾਣਾ ਮੇਰੀ ਜ਼ਿੰਦਗੀ 'ਚ ਬਣਾ ਕੇ ਬੈਠੇ ਸਨ, ਉਹ ਭੰਨ ਵੀ ਦਿੱਤਾ ਹੈ। ਪਹਿਲੋਂ ਰੋਕ ਲਾਈ, ਹੋਰ ਦੁੱਖ ਤੇ ਰੋਗ ਆਏ ਕੋਈ ਨਹੀਂ, ਆਉਣ ਤੇ ਰੋਕ ਲਾ ਦਿੱਤੀ, ਤੇ ਜਿਹੜੇ ਪਹਿਲੋਂ ਸਨ ਜ਼ਿੰਦਗੀ ਵਿੱਚ ਡੇਰਾ ਭੰਨਾ, ਉਹਨਾਂ ਦਾ ਟਿਕਾਣਾ ਭੰਨ ਦਿੱਤਾ, ਉਹ ਤੋੜ ਦਿੱਤੇ। ਹੁਣ ਜਦੋਂ ਉਹ ਤੋੜ ਦਿੱਤੇ, ਉਦੋਂ ਬਾਅਦ ਵਿੱਚ ਕੀ ਹੈ? ਆਨੰਦ ਕਰੇ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਧਾਰੀ। ਜਦੋਂ ਅਕਾਲ ਪੁਰਖ ਪਰਮੇਸ਼ਵਰ ਨੇ ਕਿਰਪਾ ਧਾਰੀ, ਤੇ ਫਿਰ ਕੀ ਬਣ ਗਿਆ? ਜ਼ਿੰਦਗੀ ਵਿੱਚ ਆਨੰਦ ਬਣਿਆ। ਤੇ ਉਹ ਆਨੰਦ ਹੁਣ ਕੈਸਾ ਬਣਿਆ? ਸੰਤੋ ਸੁਖ ਹੋਆ ਸਭ ਥਾਈਂ। ਉਹੀ ਆਨੰਦ ਹਰ ਜਗ੍ਹਾ ਦੇ ਉੱਤੇ ਸੁਖ ਬਣ ਗਿਆ। ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭਨੀ ਜਾਈ। ਹੁਣ ਜਿਹੜਾ ਪਰਮੇਸ਼ਵਰ ਆਨੰਦ ਦੇਣ ਵਾਲਾ ਸੀ, ਉਹ ਸਾਰੀਆਂ ਥਾਵਾਂ ਉੱਤੇ ਵੱਸਦਾ ਨਜ਼ਰ ਆਉਣ ਲੱਗਾ। ਜ਼ਿੰਦਗੀ ਸੁਖਮਈ ਹੈ, ਆਨੰਦਮਈ ਹੈ। ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭਨੀ ਜਾਈ। ਫੇਰ ਆਖਿਆ ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ। ਚਿੰਤਾਵਾਂ ਮੁੱਕ ਗਈਆਂ। ਤੇ ਫਿਰ ਕੀ ਆਖਿਆ? ਦਇਆਲ ਪੁਰਖ ਮਿਹਰਬਾਨਾ, ਹਰ ਨਾਨਕ ਸਾਚ ਵਖਾਨਾ। ਹੁਣ ਖਿਆਲ ਰੱਖੀਏ, ਜਿੰਨਾ ਚਿਰ ਅਸੀਂ ਆਪਣੀਆਂ ਜ਼ਿੰਦਗੀਆਂ ਵਿੱਚ ਚਿੰਤਾਵਾਂ ਦੇ ਅਧੀਨ ਆ, ਚਿੰਤਾ ਵਿੱਚ ਰਹਿਣ ਵਾਲਾ ਬੰਦਾ ਕਿਵੇਂ ਆਖੇਗਾ ਕਿ ਮੈਂ ਆਪਣੀ ਜ਼ਿੰਦਗੀ 'ਚ ਆਨੰਦ ਮਾਣਿਆ? ਚਿੰਤਾ ਤੁਰ ਇਨਸਾਨ ਹੈ, ਚਿੰਤਾ ਵਿੱਚ ਫਸਿਆ ਹੋਇਆ ਹੈ। ਹੁਣ ਜਿਹੜਾ ਚਿੰਤਾ ਦੇ ਵਿੱਚ ਫਸਿਆ ਹੈ, ਉਹ ਕਦੇ ਨਹੀਂ ਜ਼ੁਬਾਨ ਤੋਂ ਆਪਣੀ ਲਫ਼ਜ਼ ਵਰਤ ਸਕਦਾ ਕਿ ਮੈਨੂੰ ਆਨੰਦ ਆ ਗਿਆ। ਆਨੰਦ ਦੀ ਬਾਤ ਤੇ ਛੱਡੀਏ, ਜਿਨ੍ਹਾਂ ਕਰਮਾਂ ਨੂੰ ਕਰਕੇ ਕਦੇ ਜੀਵ ਕਹਿੰਦਾ ਸੀ ਨਾ ਆਨੰਦ ਆ ਗਿਆ, ਹੁਣ ਉਹ ਕਰਮ ਕਰਦਾ ਹੋਇਆ ਵੀ ਜੀਵ ਇਹ ਕਹਿੰਦਾ ਕਿ ਮੈਨੂੰ ਆਨੰਦ ਨਹੀਂ ਆਇਆ। ਕਾਰਨ ਚਿੰਤਾ ਬਹੁਤ ਹੈ। ਜਿਵੇਂ ਮੈਂ ਕੁਝ ਕੁ ਉਦਾਹਰਨਾਂ ਸੰਸਾਰਕ ਰੱਖਦਾ ਚੱਲਾਂ। ਚੰਗਾ ਭੋਜਨ ਖਾ ਕੇ ਇਨਸਾਨ ਦੀ ਜ਼ੁਬਾਨ ਕਹਿੰਦੀ ਆਨੰਦ ਆ ਗਿਆ। ਕਿਤੇ ਕਿਸੇ ਕੰਮ ਨੂੰ ਲੈ ਕੇ ਚਿੰਤਾ ਹੋਵੇ, ਕਾਰਜ ਨੂੰ ਲੈ ਕੇ ਚਿੰਤਾ ਹੋਵੇ, ਕਿਸੇ ਕਾਰਨ ਕਰਕੇ ਚਿੰਤਾ ਹੋਵੇ, ਇਹ ਲਫ਼ਜ਼ ਵਰਤਨੇ ਕਿ ਮੈਨੂੰ ਆਨੰਦ ਆ ਗਿਆ ਤੇ ਬੜੀ ਦੂਰ ਦੀ ਗੱਲ ਹੈ।
ਜਿਹੜਾ ਭੋਜਨ ਖਾ ਕੇ ਕਹਿੰਦਾ ਸੀ ਨਾ ਮੈਨੂੰ ਆਨੰਦ ਆ ਗਿਆ, ਉਹ ਭੋਜਨ ਖਾਣ ਨੂੰ ਵੀ ਜੀ ਨਹੀਂ ਕਰਦਾ। ਆਨੰਦ ਤੇ ਬੜੀ ਦੂਰ ਦੀ ਗੱਲ ਹੈ। ਜੇ ਕਿਤੇ ਵਿਪਤਾ ਦੇ ਵਿੱਚ, ਕਿਸੇ ਮੁਸ਼ਕਲ ਦੇ ਵਿੱਚ ਇਨਸਾਨ ਫਸਿਆ ਹੋਵੇ, ਮੁਸ਼ਕਲ ਵਿੱਚ ਫਸਿਆ ਹੋਇਆ ਇਨਸਾਨ ਜਿਹੜਾ ਇਹ ਕਹਿੰਦਾ ਸੀ ਕਿਸੇ ਚੰਗੇ ਅਸਥਾਨ ਤੇ ਜਾ ਕੇ ਚੰਗੇ ਨ੍ਰਿਤ ਨੂੰ ਵੇਖ ਕੇ, ਚੰਗਾ ਪਹਿਨ ਕੇ ਜ਼ੁਬਾਨ ਆਖਦੀ ਸੀ ਕਿ ਮੈਨੂੰ ਆਨੰਦ ਆ ਗਿਆ, ਹੁਣ ਉਹੀ ਇਨਸਾਨ ਨਾ ਕਿਤੇ ਜਾਣਾ ਚਾਹੁੰਦਾ ਹੈ, ਨਾ ਕੁਝ ਚੰਗਾ ਵੇਖਣਾ ਚਾਹੁੰਦਾ ਹੈ, ਔਰ ਨਾ ਹੀ ਕਿਸੇ ਪ੍ਰਕਾਰ ਦਾ ਚੰਗਾ ਜਿਹੜਾ ਉਹਨੂੰ ਹੰਡਾਉਣਾ ਚਾਹੁੰਦਾ ਹੈ। ਕਾਰਨ ਚਿੰਤਾਵਾਂ ਨੇ ਆ ਕੇ ਘੇਰਾ ਪਾਇਆ ਹੋਇਆ। ਉਹ ਚਿੰਤਾ ਵਿੱਚ ਇੰਨਾ ਕੁ ਡੁੱਬ ਚੁੱਕਾ ਹੈ, ਇੰਨਾ ਕੁ ਜ਼ਿਆਦਾ ਟੈਂਸ ਹੋ ਚੁੱਕਾ ਹੈ ਕਿ ਇਹ ਇਨਸਾਨ ਹੁਣ ਨਾ ਚੰਗਾ ਪਾਉਣਾ ਚਾਹੁੰਦਾ ਹੈ, ਨਾ ਕਿਤੇ ਜਾਣਾ ਚਾਹੁੰਦਾ ਹੈ, ਔਰ ਨਾ ਹੀ ਇਹ ਕਿਸੇ ਪ੍ਰਕਾਰ ਦਾ ਹੋਰ ਨ੍ਰਿਤ ਨਾਚ ਕਿਸੇ ਕੋਈ ਵੇਖਣਾ ਚਾਹੁੰਦਾ ਹੈ ਜਿਹਨੂੰ ਵੇਖ ਕੇ ਕਦੇ ਇਹ ਕਹਿੰਦਾ ਸੀ ਕਿ ਮੈਨੂੰ ਆਨੰਦ ਆ ਗਿਆ। ਕਿੱਡੀ ਹੈਰਾਨੀ ਦੀ ਗੱਲ ਹੈ। ਤੇ ਆਖ ਸਕਦੇ ਹਾਂ ਕਿ ਉਹ ਚੀਜ਼ਾਂ ਜਿਨ੍ਹਾਂ ਦੇ ਵਿੱਚੋਂ ਜੀਵ ਆਨੰਦ ਪਿਆ ਭਾਲਦਾ ਹੈ, ਉਹ ਆਨੰਦ ਦਾ ਮੂਲ ਨਹੀਂ। ਉਹ ਕੇਵਲ ਪਲ, 2 ਪਲ ਦੀਆਂ, 4 ਪਲ ਦੀਆਂ ਖੁਸ਼ੀਆਂ ਪ੍ਰਸੰਨਤਾ ਤੇ ਦੇ ਸਕਦੀਆਂ ਨੇ, ਪਰ ਉਹ ਨਾ ਤੇ ਸਦੀਵ ਖੁਸ਼ੀ ਮਿਲਣੀ ਹੈ, ਨਾ ਸਦੀਵ ਆਨੰਦ ਮਿਲਣਾ, ਤੇ ਨਾ ਹੀ ਸਦੀਵ ਪ੍ਰਸੰਨਤਾ ਮਿਲਣੀ ਹੈ। ਤੇ ਜੇ ਸਦੀਵ ਆਨੰਦ ਦੀ ਬਾਤ ਕਰੀਏ ਤੇ ਮੇਰੇ ਸਾਹਿਬ ਕਹਿੰਦੇ ਉਦਣ ਜ਼ਿੰਦਗੀ 'ਚ ਆਨੰਦ ਮਿਲਦਾ ਜਿੱਦਣ ਗੁਰੂ ਤੇ ਜਾਣਿਆ। ਗੁਰੂ ਪਹਿਲੋਂ ਸਮਝਾਏਗਾ ਆਨੰਦ ਹੈ ਕੀ। ਗੁਰੂ ਸਾਹਿਬ ਪਹਿਲੋਂ ਦੱਸਣਗੇ ਕਿ ਆਨੰਦ ਕਹਿੰਦੇ ਕਿਹਨੂੰ ਨੇ। ਇਹਨਾਂ ਨੂੰ ਆਨੰਦ ਨਹੀਂ ਆਖਿਆ ਜਾਂਦਾ ਜਿਨ੍ਹਾਂ ਨੂੰ ਤੂੰ ਲਫ਼ਜ਼ ਵਰਤਦਾ ਹੈ, ਕਿਉਂਕਿ ਜਿਨ੍ਹਾਂ ਲਈ ਤੂੰ ਲਫ਼ਜ਼ ਆਨੰਦ ਵਰਤ ਰਹੇ ਹੈ ਸੱਜਣਾ, ਉਹ ਇੱਕ ਖੁਸ਼ੀ ਹੈ, ਤੇ ਉਹ 2 ਪਲ 4 ਪਲ ਦੀ ਖੁਸ਼ੀ 4 ਪਲਾਂ ਬਾਅਦ ਉਹਨੇ ਗਮੀ ਵਿੱਚ ਤਬਦੀਲ ਹੋ ਜਾਣਾ ਹੈ। ਤੇ ਜਿਸ ਆਨੰਦ ਦੀ ਬਾਤ ਕਰਨ ਲੱਗਿਆ, ਜਿਨ੍ਹਾਂ ਦੀ ਜ਼ਿੰਦਗੀ 'ਚ ਉਹ ਆਨੰਦ ਆ ਜਾਂਦਾ ਹੈ, ਉਹਨਾਂ ਦੀ ਜ਼ਿੰਦਗੀ 'ਚ ਸਦਾ ਹੀ ਖੇੜਾ ਬਣਿਆ ਰਹਿੰਦਾ। ਜਿਨ੍ਹਾਂ ਨੇ ਉਹ ਆਨੰਦ ਜੀਵਨ ਵਿੱਚ ਹਾਸਲ ਕਰ ਲਿਆ ਨਾ, ਫਿਰ ਇਹ ਨਹੀਂ ਵੀ ਮੇਰੇ ਵਾਂਗੂ 4 ਪ੍ਰਸ਼ਾਦੇ ਛਕ ਲਏ ਤੇ ਕਹਾਂ ਆਨੰਦ ਆ ਗਿਆ, ਤੇ ਜਿੱਦਣ ਨਾ ਮਿਲੇ ਤੇ ਉਦਣ ਮੈਂ ਕਹਾਂ ਵੀ ਅੱਜ ਤੇ ਭੋਜਨ ਖਾਣ ਨੂੰ ਨਹੀਂ ਮਿਲਿਆ, ਆਨੰਦ ਕਿੱਥੋਂ ਆਉਣਾ ਹੈ। ਤੇ ਜਿਨ੍ਹਾਂ ਨੇ ਆਨੰਦ ਆਪਣੀ ਜ਼ਿੰਦਗੀ 'ਚ ਮਾਣਿਆ, ਉਹ ਮਾਣਨ ਵਾਲਿਆਂ ਨੂੰ ਜੇ ਭੋਜਨ ਮਿਲ ਗਿਆ ਉਹ ਤਾਂ ਵੀ ਆਨੰਦ ਵਿੱਚ, ਜੇ ਭੋਜਨ ਨਹੀਂ ਮਿਲਿਆ ਉਹ ਫਿਰ ਵੀ ਆਨੰਦ ਵਿੱਚ। ਇੱਥੋਂ ਤੱਕ ਜੇ ਜੰਗਲਾਂ ਵਿੱਚ ਰਹਿ ਕੇ ਪੱਤੇ ਵੀ ਖਾਣੇ ਪਏ, ਰੁੱਖਾਂ ਦੇ ਛਿਲਕੇ ਖਾਣੇ ਪਏ, ਉਹ ਖਾ ਕੇ ਵੀ ਉਹ ਆਨੰਦ ਵਿੱਚ ਹੀ ਨੇ। ਅਸਲ ਦੇ ਅੰਦਰ ਜਦੋਂ ਆਨੰਦ ਦੀ ਬਾਤ ਕਰਾਂਗੇ, ਇਹ ਨਹੀਂ ਮੈਂ ਚੰਗਾ ਅੱਜ ਤਨ ਤੇ ਪਹਿਨ ਲਿਆ, ਅੱਜ ਮੇਰੇ ਕੋਲ 4 ਟਕੇ ਜੇਬ ਵਿੱਚ ਨੇ ਤੇ ਅੱਜ ਮੈਂ 4 ਟਕੇ ਖਰਚ ਕੇ ਆਪਣੇ ਤਨ ਉੱਤੇ ਮਹਿੰਗੀ ਪੋਸ਼ਾਕ ਧਾਰਨ ਕਰਕੇ ਆਖਾਂ ਮੇਰੇ ਵਰਗਾ ਆਨੰਦਮਈ ਜੀਵਨ ਕਿਹਦਾ ਹੈ, ਬੜਾ ਆਨੰਦਿਤ ਹਾਂ ਮੈਂ ਕਿਉਂਕਿ ਅੱਜ ਤਨ ਉੱਤੇ ਪੋਸ਼ਾਕ ਬੜੀ ਮਹਿੰਗੀ ਪਾਈ ਹੈ। ਤੇ ਚੇਤਾ ਰੱਖੀਏ, ਉਹ ਆਨੰਦ ਨਹੀਂ, ਉਹ ਖੁਸ਼ੀ ਹੈ, ਕਿਉਂਕਿ ਅੱਜ ਮਹਿੰਗੀ ਪੋਸ਼ਾਕ ਪਾਈ, ਹੋ ਸਕਦਾ ਕੱਲ ਸਮਾਂ ਤਬਦੀਲ ਹੋ ਜਾਏ। ਸਮਾਂ ਤਬਦੀਲ ਹੋਏ, ਮਹਿੰਗੀ ਪੋਸ਼ਾਕ ਪਾਉਣਾ ਤੇ ਬੜੀ ਦੂਰ ਦੀ ਗੱਲ, ਹੋ ਸਕਦਾ ਗਲੀਆਂ ਗੋਦੜੀਆਂ ਪਾਉਣੀਆਂ ਪੈ ਜਾਣ। ਤੇ ਜੇ ਗਲੀਆਂ ਗੋਦੜੀਆਂ ਪਾਉਣੀਆਂ ਪੈ ਗਈਆਂ, ਜੇ ਤੇ ਉਦੋਂ ਵੀ ਕਵਾਂਗੇ ਵੀ ਅੱਜ ਮੈਂ ਬਹੁਤ ਪ੍ਰਸੰਨ ਹਾਂ, ਬੜਾ ਖੁਸ਼ ਹਾਂ ਤੇ ਬੜਾ ਆਨੰਦਮਈ ਜੀਵਨ ਹੈ, ਫਿਰ ਤੇ ਆਖ ਸਕਦੇ ਹਾਂ ਕਿਤੇ ਨਾ ਕਿਤੇ ਕਿ ਜੀਵ ਨੇ ਆਨੰਦ ਹਾਸਲ ਕਰ ਲਿਆ। ਪਰ ਚੰਗਾ ਪਹਿਰਾਵਾ ਪਹਿਨ ਕੇ ਖੁਸ਼ੀ ਮੰਨਣ ਵਾਲਾ ਜਦੋਂ ਗਲੀਆਂ ਗੋਦੜੀਆਂ ਪਾਏਗਾ ਤੇ ਉਦੋਂ ਕਦੇ ਨਹੀਂ ਆਖੇਗਾ ਕਿ ਅੱਜ ਮੈਂ ਬਹੁਤ ਪ੍ਰਸੰਨ ਹਾਂ। ਉਦੋਂ ਉਹਦੀ ਉਹ ਖੁਸ਼ੀ ਗਮ ਵਿੱਚ ਬਦਲ ਜਾਏਗੀ। ਉਦੋਂ ਉਹਦਾ ਉਹ ਪ੍ਰਸੰਨਤਾ ਜਿਹੜੀ ਹੈ, ਉਹ ਹਾਸਾ ਜਿਹੜਾ ਹੈ, ਉਹਨੇ ਰੋਣੇ ਵਿੱਚ, ਉਹਨੇ ਦੁੱਖ ਵਿੱਚ ਤਬਦੀਲ ਹੋ ਜਾਣਾ ਹੈ। ਤੇ ਜਦੋਂ ਦੁੱਖ ਵਿੱਚ ਤਬਦੀਲ ਹੋ ਗਿਆ, ਕਾਹਦਾ ਆਨੰਦ। ਤੇ ਵੇਖੋ ਹਾਂ ਕਦੇ ਪੜ੍ਹ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਦਾ ਇਤਿਹਾਸ, ਮਾਲਕ ਦੇ ਦਰ ਉੱਤੇ ਸਿੱਖ ਆਉਂਦੇ ਨੇ। ਜਦੋਂ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਆਖਿਆ ਸੀ ਭਾਈ ਸ਼ਸਤਰ ਧਾਰਨ ਕਰੋ ਤੇ ਆਪਣੀਆਂ ਜਵਾਨੀਆਂ ਅਰਪਣ ਕਰੋ, ਤੇ ਉਹ ਜਿਹੜੇ ਜਵਾਨੀਆਂ ਅਰਪਣ ਕਰਨ ਵਾਲੇ, ਸਰੀਰਾਂ ਉੱਤੇ ਸ਼ਸਤਰ ਧਾਰਨ ਕਰਨ ਵਾਲੇ ਨੇ, ਉਹਨਾਂ ਨੇ ਗੁਰੂ ਕੋਲੋਂ ਆ ਕੇ ਕੁਝ ਹੋਰ ਨਹੀਂ ਮੰਗਿਆ ਕਿ ਮਾਲਕਾ ਤੇਰੇ ਦਰ ਤੇ ਰਹਿਣਾ ਚਾਹੁੰਦੇ ਆ, ਤੇਰੇ ਦਰ ਤੇ ਰਹਿ ਕੇ ਤੇਰੀ ਸੇਵਾ ਕਮਾਉਣੀ ਚਾਹੁੰਦੇ ਆ, ਤੇਰੇ ਤੋਂ ਆਪਣਾ ਆਪਾ ਕੁਰਬਾਨ ਕਰਦੇ ਆ। ਬਸ ਤੇਰੇ ਅੱਗੇ ਇੱਕੋ ਅਰਜ਼ੋਈ ਹੈ ਕਿ ਤਨ ਦਾ ਨੰਗੇਜ ਢੱਕਣ ਵਾਸਤੇ ਸਾਲ ਵਿੱਚ 2 ਵਰਦੀਆਂ ਜ਼ਰੂਰ ਦੇ ਦਿਆ ਕਰੋ, ਇੱਕ ਗਰਮੀਆਂ ਦੇ ਮੌਸਮ ਵਿੱਚ ਪਹਿਨਣ ਵਾਸਤੇ ਤੇ ਇੱਕ ਸਰਦੀਆਂ ਦੇ ਮੌਸਮ ਵਿੱਚ ਪਹਿਨਣ ਵਾਸਤੇ। ਦੂਜੀ ਵਸਤੂ ਹੀ ਕੋਈ ਨਹੀਂ ਚਾਹੀਦੀ, ਕੋਈ ਪਦਾਰਥ ਨਹੀਂ ਚਾਹੀਦਾ, ਕਿਉਂਕਿ ਤੇਰੇ ਦਰ ਤੇ ਰਹਿੰਦੇ ਹਰ ਇੱਕ ਦਾਤ ਸਾਡੀ ਝੋਲੀ ਵਿੱਚ ਪੈ ਜਾਣੀ।
ਜਿਨ੍ਹਾਂ ਨੇ ਆਨੰਦ ਮਾਣਨਾ ਤੇ ਫਿਰ ਉਹਨਾਂ ਨੇ ਗਰੀਆਂ ਗੋਦਰੀਆਂ ਪਾ ਕੇ ਵੀ ਮਾਣਿਆ। ਜਿਨ੍ਹਾਂ ਨੇ ਆਨੰਦ ਮਾਣਨਾ ਉਹਨਾਂ ਨੇ ਉਹ ਇੱਕ ਇੱਕ ਤਨ ਉੱਤੇ ਪਾਏ ਹੋਏ ਜਿਹੜੇ ਵਸਤਰ ਸਨ, ਉਹਨਾਂ ਵਸਤਰਾਂ ਨੂੰ ਕਈ ਕਈ ਮਹੀਨੇ ਪਹਿਨ ਕੇ ਆਪਣੇ ਤਨ ਉੱਤੇ, ਕਈ ਕਈ ਦਿਨ ਪਹਿਨ ਕੇ ਆਪਣੇ ਤਨ ਉੱਤੇ ਆਪਣਾ ਸਮਾਂ ਬਤੀਤ ਕਰਦਿਆਂ ਵੀ ਉਹ ਪ੍ਰਸੰਨਤਾ ਵਿੱਚ ਨੇ। ਕਿਤੇ ਉਹਨਾਂ ਹਾਲਾਤਾਂ ਨੂੰ ਪੜ੍ਹ ਕੇ ਵੇਖੋ, ਜਦੋਂ ਜੰਗਲਾਂ ਵਿੱਚ ਰਹਿੰਦੇ ਨੇ ਸਿੱਖ, ਜੰਗਲਾਂ ਵਿੱਚ ਰਹਿੰਦਿਆਂ ਆਪਣਾ ਸਮਾਂ ਬਤੀਤ ਕਰਦੇ ਨੇ, ਤੇ ਕਿੰਨੇ ਕੁ ਵਸਤਰ ਨਾਲ ਲੈ ਕੇ ਜਾਂਦੇ ਹੋਣਗੇ ਜਿਹੜੇ ਪੋਸ਼ਾਕਾਂ ਬਦਲਣ ਵਾਸਤੇ ਆਪਣੇ ਤਨਾਂ ਤੇ ਧਾਰਨ ਕਰਦੇ ਹੋਣਗੇ। ਔਰ ਸਾਹਿਬ ਜੀ ਨੇ ਜ਼ਿਕਰ ਕੀਤਾ, ਅਸਲ ਦੇ ਵਿੱਚ ਜਦੋਂ ਅਸੀਂ ਗੁਰੂ ਕੋਲ ਜਾਵਾਂਗੇ ਨਾ, ਗੁਰੂ ਕੋਲ ਜਾ ਕੇ ਤੇ ਆਨੰਦ ਦੀ ਜਦੋਂ ਬਾਤ ਕਰਾਂਗੇ ਤੇ ਫਿਰ ਗੁਰੂ ਸਮਝਾਉਣਗੇ ਆਨੰਦ ਕਹਿੰਦੇ ਕਿਹਨੂੰ ਨੇ। ਤੇ ਜਿਨ੍ਹਾਂ ਨੇ ਆਨੰਦ ਮਾਣਿਆ ਉਹ ਤਤੀ ਤਵੀ ਤੇ ਬੈਠੇ ਵੀ ਆਨੰਦਿਤ ਨੇ। ਜਿਨ੍ਹਾਂ ਨੇ ਆਨੰਦ ਮਾਣਿਆ ਉਹ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਬੈਠੇ ਵੀ ਆਨੰਦਿਤ ਨੇ। ਜਿਨ੍ਹਾਂ ਨੇ ਆਨੰਦ ਮਾਣਿਆ ਉਹ ਨਖਾਸ ਚੌਂਕ ਵਿੱਚ ਖੜੋਤੇ ਵੀ ਆਨੰਦਿਤ ਨੇ। ਜਿਨ੍ਹਾਂ ਨੇ ਆਨੰਦ ਮਾਣਿਆ ਆਪਣੇ ਸਰੀਰ ਨੂੰ ਦੋ ਪਾੜ ਕਰਵਾਉਂਦੇ ਹੋਏ ਵੀ ਆਨੰਦਿਤ ਨੇ। ਜਿਨ੍ਹਾਂ ਨੇ ਆਨੰਦ ਮਾਣਿਆ ਆਪਣੇ ਸਰੀਰ ਦੇ ਉੱਤੋਂ ਮਾਸ ਨਚਵਾਉਂਦੇ ਹੋਏ ਵੀ ਆਨੰਦਿਤ ਨੇ। ਜਿਨ੍ਹਾਂ ਨੇ ਆਨੰਦ ਮਾਣਿਆ ਆਪਣੇ ਬੱਚਿਆਂ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਮਰਦਿਆਂ ਵੇਖਦੇ ਹੋਏ ਵੀ ਉਹ ਆਨੰਦਿਤ ਨੇ। ਸਗੋਂ ਉਹਨਾਂ ਦੀ ਮੌਤ ਵੇਖਦਿਆਂ ਗੁਰੂ ਦਾ ਸ਼ੁਕਰਾਨਾ ਕਰਦੇ ਨੇ ਵੀ ਮਾਲਕ ਪਾਤਸ਼ਾਹ ਤੇਰਾ ਸ਼ੁਕਰ ਹੈ ਕਿ ਸਾਡੀ ਔਲਾਦ ਵੀ ਸਾਡੇ ਤਰ੍ਹਾਂ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾ ਕੇ ਚੱਲੀ। ਆ ਜੇ ਆਨੰਦ, ਜੇ ਕਿਤੇ ਆਨੰਦ ਦੀ ਪਰਿਭਾਸ਼ਾ ਸਮਝਣੀ ਹੈ ਨਾ, ਤੇ ਫਿਰ ਸਿੱਖ ਇਤਿਹਾਸ ਕਦੇ ਪੜ੍ਹ ਕੇ ਵੇਖੋ, ਉਹਨਾਂ ਸ਼ਹੀਦਾਂ ਦਾ ਜੀਵਨ ਪੜ੍ਹ ਕੇ ਵੇਖੋ ਜਿਨ੍ਹਾਂ ਨੇ ਆਪਣਾ ਸਾਰਾ ਕੁਝ ਛੱਡ ਕੇ ਸਿਰਫ ਆਪਣਾ ਜੀਵਨ ਗੁਰੂ ਤੋਂ ਕੁਰਬਾਨ ਕੀਤਾ, ਤੇ ਗੁਰੂ ਤੋਂ ਜੀਵਨ ਕੁਰਬਾਨ ਕਰਦਿਆਂ ਹੋਇਆਂ ਆਖਦੇ ਏਦੂ ਬਿਨਾ ਚਾਹੀਦਾ ਹੀ ਕੁਛ ਨਹੀਂ। ਮਾਲਕਾ, ਅਸੀਂ ਆਪਣੇ ਆਪ ਨੂੰ ਚੰਗੇ ਭਾਗਾਂ ਵਾਲੇ ਜਾਣਦੇ ਹਾਂ, ਅਸੀਂ ਆਪਣੇ ਆਪ ਨੂੰ ਸੁਭਾਗੇ ਤੇ ਵੱਡ ਭਾਗੇ ਸਮਝਦੇ ਹਾਂ, ਕਾਰਨ ਸਾਨੂੰ ਆਪਣਾ ਆਪਾ ਤੇਰੇ ਤੋਂ ਕੁਰਬਾਨ ਕਰਨ ਦਾ ਮੌਕਾ ਪਿਆ ਮਿਲਦਾ। ਏਦੂ ਵੱਧ ਕੇ ਅਸੀਂ ਜ਼ਿੰਦਗੀ ਚੋਰ ਕੀ ਚਾਹੁੰਦੇ ਹਾਂ। ਖੈਰ, ਫਿਰ ਸਾਹਿਬ ਦੱਸਦੇ ਨੇ ਕਿ ਆਨੰਦ ਹੈ ਕੀ। ਸਾਹਿਬ ਜੀ ਨਾਲ ਆਖਦੇ, ਕਹਿੰਦੇ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ। ਹੁਣ ਖਿਆਲ ਰੱਖਿਓ, ਕੱਕੇ ਦੇ ਪੈਰ ਵਿੱਚ ਰਾ ਹੈ ਕਿਰਪਾ, ਕਿਰਪਾ ਨਹੀਂ ਹੈ। ਫਿਰ ਸਾਹਿਬ ਜੀ ਆਖਦੇ ਜਾਣਿਆ ਆਨੰਦ ਸਦਾ ਗੁਰ ਤੇ। ਕਿੱਥੋਂ ਮਿਲਿਆ, ਕਿੱਥੋਂ ਜਾਣਿਆ ਆਨੰਦ? ਕਹਿੰਦੇ ਗੁਰੂ ਕੋਲ ਆ ਕੇ ਪਤਾ ਲੱਗਾ ਕਿ ਅਸਲ ਵਿੱਚ ਆਨੰਦ ਦੀ ਜਿਹੜਾ ਆਨੰਦ ਹੈ ਕਿ ਆਨੰਦ ਦੀ ਸੂਝ ਗੁਰੂ ਕੋਲ ਆ ਕੇ ਆਈ। ਗੁਰੂ ਨੇ ਮੈਨੂੰ ਸਮਝਾਇਆ ਆਨੰਦ ਕਿਹਨੂੰ ਕਹਿੰਦੇ ਨੇ, ਔਰ ਨਾਲ ਇਹ ਆਖਿਆ ਕਿਰਪਾ ਕਰੇ ਪਿਆਰਿਆ, ਜਿਹਦੇ ਉੱਤੇ ਗੁਰੂ ਆਪ ਕਿਰਪਾ ਕਰਦਾ ਹੈ। ਹੇ ਪਿਆਰੇ ਭਾਈ, ਜਿਹਦੇ ਉੱਤੇ ਗੁਰੂ ਆਪ ਤਰੁੱਠ ਜਾਂਦਾ ਹੈ, ਆਪ ਤਰੁੱਠ ਕੇ ਪਰਮੇਸ਼ਵਰ ਜੀ ਦੇ ਉੱਤੇ ਰਹਿਮਤ ਕਰਦਾ ਹੈ। ਅਸਲ ਵਿੱਚ ਆਨੰਦ ਦੀ ਬਾਤ ਉਸੇ ਹੀ ਸਮਝ ਵਿੱਚ ਆਉਂਦੀ ਹੈ, ਜਾਂ ਉਹੀ ਅਸਲ ਦੇ ਵਿੱਚ ਆਨੰਦ ਦੀ ਬਾਤ ਨੂੰ ਜਾਣਦਾ ਹੈ। ਕਰ ਕਿਰਪਾ ਕਿਲ ਵਿਖ ਕਟੇ, ਗਿਆਨ ਅੰਜਨ ਸਾਰਿਆ। ਜਿਨ੍ਹਾਂ ਦੇ ਉੱਤੇ ਕਿਰਪਾ ਕੀਤੀ, ਕਿਹਨਾਂ ਦਾ ਜੀਵਨ ਆਨੰਦਮਈ ਬਣੇਗਾ? ਕਿਹੜੇ ਜੀਵਨ ਵਿੱਚ ਆਨੰਦ ਆਏਗਾ? ਜਾਂ ਕਿਹੜੇ ਨੇ ਜਿਹੜੇ ਆਪਣੀ ਜ਼ਿੰਦਗੀ 'ਚ ਆਨੰਦ ਹਾਸਲ ਕਰਨਗੇ? ਇਨਸਾਨ ਭਾਵੇਂ ਪਾਪੀ ਹੈ, ਪਾਪ ਕਰਨ ਵਾਲਾ ਹੈ, ਗੁਰੂ ਸਾਹਿਬ ਦੀ ਬਾਣੀ ਪਰਿਭਾਸ਼ਾ ਦਿੰਦੀ ਹੈ ਕਿ ਪਾਪੀ ਬੰਦਾ ਪਾਪ ਕਰਦਾ ਹੋਇਆ ਪਾਪ ਨੂੰ ਬਹੁਤ ਪਿਆਰ ਕਰਦਾ ਹੈ। ਇਹਦੇ 'ਚ ਕੋਈ ਅੱਤ ਕਥਨੀ ਨਹੀਂ। ਮਾਲਕ ਜੀ ਦੀ ਪਾਵਨ ਬਾਣੀ ਦਾ ਬਚਨ ਹੈ, ਪਾਪ ਬੁਰਾ ਪਾਪੀ ਕਉ ਪਿਆਰਾ, ਪਾਪ ਲੱਦੇ ਪਾਪੇ ਪਾਸਾਰਾ। ਉਹ ਪਾਪ ਕਰਦਾ ਹੋਇਆ ਬਹੁਤ ਪ੍ਰਸੰਨਤਾ ਵਿੱਚ ਹੈ। ਠੀਕ ਹੈ, ਜਿਸ ਵਕਤ ਉਹ ਪਾਪ ਕਰ ਰਿਹਾ ਉਦੋਂ ਪ੍ਰਸੰਨਤਾ ਵਿੱਚ ਹੈ, ਪਰ ਖਿਆਲ ਰੱਖਿਓ ਉਹਦੀ ਮੱਤ ਜਾਣਦੀ ਹੈ ਜਿਹੜਾ ਮੈਂ ਕੰਮ ਕਰ ਰਿਹਾ ਸਹੀ ਨਹੀਂ ਹੈ। ਹਾਲਾਂਕਿ ਉਦੋਂ ਬਹੁਤ ਆਨੰਦਿਤ ਹੈ, ਬਹੁਤ ਪ੍ਰਸੰਨ ਹੈ, ਉਹ ਬਹੁਤ ਖੁਸ਼ ਹੈ, ਕਿਉਂਕਿ ਪਿਆਰਾ ਬਹੁਤ ਲੱਗ ਰਿਹਾ ਨਾ। ਉਹਦਾ ਕਰਮ ਹੀ ਪਾਪ ਕਰਨਾ, ਉਹਨੂੰ ਪਾਪ ਕਰਦਿਆਂ ਬਹੁਤ ਚੰਗਾ ਲੱਗ ਰਿਹਾ। ਜਦੋਂ ਉਹ ਪਾਪ ਕਰਕੇ ਹਟ ਜਾਂਦਾ ਹੈ,
ਪਾਪ ਕਰਨ ਤੋਂ ਬਾਅਦ ਵਿੱਚ ਜਦੋਂ ਉਹਨੇ ਉਹ ਕਰਮ ਕਮਾ ਲਿਆ, ਉਹ ਕਰਮ ਕਮਾਉਣ ਤੋਂ ਬਾਅਦ ਵਿੱਚ ਇੱਕ ਮਨ ਅੰਦਰ ਵਿਚਾਰ ਹੈ, ਇਹ ਮੈਂ ਠੀਕ ਨਹੀਂ ਕਰ ਰਿਹਾ, ਇਹ ਭਲਾ ਨਹੀਂ ਹੈ। ਇੰਨੀ ਕੁ ਮੱਤ ਤੇ ਵਿਸ਼ਾਲ ਹੈ ਹੀ ਨਾ ਕਿ ਸਾਨੂੰ ਇੰਨੀ ਕੁ ਤੇ ਸਮਝ ਹੈ ਕਿ ਅਸੀਂ ਚੰਗੇ ਔਰ ਮੰਦੇ ਦੀ ਬਾਤ ਨੂੰ ਸਮਝ ਸਕੀਏ, ਚੰਗਾ ਕੀ ਹੈ ਤੇ ਮਾੜਾ ਕੀ ਹੈ, ਪਾਪ ਕੀ ਹੈ ਤੇ ਪੁੰਨ ਕੀ ਹੈ। ਇੰਨੀ ਕੁ ਗੱਲ ਤੇ ਅਸੀਂ ਜਾਣਦੇ ਹਾਂ ਨਾ। ਉਹ ਵੱਖਰੀ ਗੱਲ ਹੈ ਕਿ ਚੰਗਾ ਮਾੜਾ ਜਾਣਨ ਤੋਂ ਬਾਅਦ ਵਿੱਚ ਸਾਨੂੰ ਚੰਗਾ ਚੁਣਨਾ ਨਹੀਂ ਆਇਆ, ਚੰਗੇ ਰਾਹ ਤੇ ਚੱਲਣਾ ਨਹੀਂ ਆਇਆ, ਉਹ ਬਾਤ ਇੱਕ ਅਲੱਗ ਹੈ। ਪਰ ਪਹਿਚਾਨ ਤੇ ਹੈ ਨਾ ਵੀ ਚੰਗਾ ਕੀ ਹੈ ਤੇ ਮਾੜਾ ਕੀ ਹੈ। ਜਿਵੇਂ ਹੁਣ ਮੇਰੇ ਸਾਹਮਣੇ ਦੋ ਸ਼ਖਸ ਖੜੋਤੇ ਨੇ। ਇੱਕ ਬੰਦਾ ਉਹ ਹੈ ਜਿਹੜਾ ਆਪਣੇ ਸਾਹਮਣੇ ਆਉਣ ਵਾਲੇ ਹਰ ਬੰਦੇ ਦੇ ਉੱਤੇ ਅਤਿਆਚਾਰ ਤੇ ਜ਼ੁਲਮ ਪਿਆ ਕਰਦਾ ਹੈ। ਉਹਦੇ ਸਾਹਮਣੇ ਗਰੀਬ ਆ ਜਾਏ, ਉਹਦੇ ਸਾਹਮਣੇ ਕੋਈ ਮਜ਼ਲੂਮ ਆ ਜਾਏ, ਉਹਨੇ ਅਤਿਆਚਾਰ ਕਰੀ ਜਾਣਾ ਹੈ। ਤੇ ਜੇ ਕੋਈ ਅਮੀਰ ਆ ਜਾਏ, ਉਹਦੇ ਅੱਗੇ ਉਹ ਨਮਸਕਾਰਾਂ ਕਰੀ ਜਾਏ, ਉਹਦੇ ਅੱਗੇ ਉਹ ਨਮਸਕਾਰਾਂ ਕਰੀ ਜਾਏ, ਉਹਦੇ ਅੱਗੇ ਸਿਰ ਨਵਾਈ ਜਾਏ ਵੀ ਹੁਣ ਇਹ ਚੱਲ ਕੇ ਆਇਆ, ਮੈਂ ਇਹਦਾ ਸਤਿਕਾਰ ਕਰਨਾ ਹੈ। ਮਜ਼ਲੂਮ ਤੇ ਕੋਈ ਗਰੀਬ ਆ ਜਾਏ, ਉਹਦੇ ਤੇ ਅਤਿਆਚਾਰ ਕਰੀ ਜਾਏ। ਇੱਕ ਸ਼ਖਸ ਉਹ ਹੈ ਜਿਹੜਾ ਹੁਣ ਖੜੋਤਾ ਹੈ, ਉਹਦੇ ਸਾਹਮਣੇ ਅਮੀਰ ਆ ਜਾਏ, ਉਹਦੇ ਸਾਹਮਣੇ ਗਰੀਬ ਆ ਜਾਏ, ਦੋਵਾਂ ਨਾਲ ਇੱਕੋ ਤਰ੍ਹਾਂ ਦਾ ਵਰਤਾਓ ਕਰ ਰਿਹਾ, ਉਹਨੂੰ ਕੋਈ ਫਰਕ ਨਹੀਂ। ਨਾ ਉਹ ਮਜ਼ਲੂਮ ਉੱਤੇ ਜ਼ੁਲਮ ਕਰ ਰਿਹਾ, ਨਾ ਗਰੀਬ ਉੱਤੇ ਜ਼ੁਲਮ ਕਰ ਰਿਹਾ, ਤੇ ਨਾ ਹੀ ਉਹ ਕਿਸੇ ਅਮੀਰ ਉੱਤੇ ਜ਼ੁਲਮ ਤੇ ਅਤਿਆਚਾਰ ਕਰ ਰਿਹਾ। ਉਹ ਦੋਵਾਂ ਨੂੰ ਇੱਕੋ ਨਜ਼ਰੀਏ ਨਾਲ ਵੇਖ ਰਿਹਾ। ਇੱਕ ਉਹ ਸ਼ਖਸ ਹੈ। ਹੁਣ ਅਸੀਂ ਇੰਨਾ ਕਿਤੇ ਜਾਣਦੇ ਹੀ ਆ ਨਾ ਵੀ ਚੰਗਾ ਕਿਹੜਾ ਤੇ ਮੰਦਾ ਕਿਹੜਾ ਹੈ। ਪਰ ਉਹ ਬਾਤ ਵੱਖਰੀ ਹੈ ਕਿ ਅਸੀਂ ਜਦੋਂ ਸਾਥ ਦੇਵਾਂਗੇ, ਸਹਾਰਾ ਦੇਵਾਂਗੇ ਜਾਂ ਨਾਲ ਖੜੋਵਾਂਗੇ, ਤੇ ਅਸੀਂ ਮੰਦੇ ਦੇ ਜਾ ਕੇ ਖੜੋਵਾਂਗੇ ਵੀ ਤੇਰੇ ਕੋਲ ਤਾਕਤ ਬਹੁਤ ਹੈ, ਤੇਰੇ ਕੋਲ ਬਲ ਬਹੁਤ ਹੈ। ਉਹਦੇ ਬਲ ਕਰਕੇ ਅਸੀਂ ਉਹਦੇ ਨਾਲ ਜਾ ਕੇ ਖੜੋਗੇ। ਇਹ ਮੇਰੇ ਸਾਹਿਬ ਜੀ ਨੇ ਜ਼ਿਕਰ ਕੀਤਾ, ਕਹਿੰਦੇ ਕਿ ਕਰ ਕਿਰਪਾ ਕਿਲ ਵਿਖ ਕੱਟੇ। ਕਿਲ ਵਿਖ ਤੋਂ ਭਾਵ ਪਾਪ। ਹੁਣ ਜਿਹੜਾ ਜੀਵ ਪਾਪ ਕਰਨ ਵਾਲਾ, ਚੇਤਾ ਰੱਖਿਓ, ਉਹ ਕਦੇ ਖੁਸ਼ ਨਹੀਂ ਹੋ ਸਕਦਾ, ਕਦੇ ਪ੍ਰਸੰਨ ਨਹੀਂ ਹੋ ਸਕਦਾ, ਕਦੇ ਆਨੰਦਿਤ ਨਹੀਂ ਹੋ ਸਕਦਾ। ਠੀਕ ਹੈ, ਜਿਸ ਮੈਂ ਤਾਂ ਹੀ ਇਹ ਪੱਖ ਰੱਖਿਆ ਕਿ ਜਦੋਂ ਉਹ ਪਾਪ ਕਰ ਰਿਹਾ ਹੈ, ਉਦੋਂ ਉਹ ਬਹੁਤ ਪ੍ਰਸੰਨ ਹੈ, ਉਹਨੂੰ ਪਿਆਰਾ ਪਿਆ ਲੱਗਦਾ ਹੈ। ਪਰ ਜਦੋਂ ਪਾਪ ਕਰਕੇ ਹਟ ਜਾਂਦਾ, ਇੱਕ ਮਨ ਵਿੱਚ ਪਛਤਾਵਾ ਬਣ ਜਾਂਦਾ ਕਿ ਅੱਜ ਮੇਰੀ ਜ਼ਿੰਦਗੀ ਅੰਦਰ ਇੱਕ ਪਾਪ ਮੈਂ ਹੋਰ ਖੱਟ ਲਿਆ। ਤੇ ਉਹ ਜਿਹੜਾ ਪਛਤਾਵਾ ਹੈ ਨਾ, ਉਹਨੂੰ ਹੋ ਸਕਦਾ ਉਹ ਪਛਤਾਵਾ ਵੀ ਹਿਰਦੇ ਵਿੱਚ ਨਾ ਹੋਵੇ, ਪਰ ਇੱਕ ਖੌਫ ਤੇ ਮਨ ਵਿੱਚ ਹੈ ਨਾ, ਜਿੱਦਣ ਦੁਨੀਆ ਨੂੰ ਪਤਾ ਲੱਗ ਗਿਆ ਉਦਣ ਮੇਰਾ ਕੀ ਬਣੇਗਾ। ਜਿਸ ਦਿਨ ਮੇਰੇ ਕੀਤੇ ਇਹਨਾਂ ਕਰਮਾਂ ਦਾ ਪਰਦਾ ਫਾਸ਼ ਹੋਏਗਾ, ਜਿਸ ਦਿਨ ਮੇਰੇ ਇਹਨਾਂ ਕਰਮਾਂ ਤੋਂ ਪਰਦਾ ਉੱਠੇਗਾ, ਉਸ ਦਿਨ ਮੇਰਾ ਜੀਵਨ ਕਿਸ ਤਰ੍ਹਾਂ ਦਾ ਸੰਸਾਰ ਦੇ ਸਾਹਮਣੇ ਹੋਏਗਾ। ਉਸ ਦਿਨ ਦੁਨੀਆ ਮੇਰੇ ਪ੍ਰਤੀ ਥਿੰਕਿੰਗ, ਸੋਚ ਕੀ ਰੱਖੇਗੀ। ਇੱਕ ਖੌਫ ਮਨ ਦੇ ਅੰਦਰ, ਡਰ ਮਨ ਦੇ ਅੰਦਰ। ਉਹ ਜਿਹੜਾ ਮਨ ਅੰਦਰ ਡਰ ਔਰ ਖੌਫ ਹੈ, ਉਹ ਜ਼ਿੰਦਗੀ 'ਚ ਕਦੇ ਆਨੰਦ ਨਹੀਂ ਦੇ ਆਉਣ ਦਿੰਦਾ। ਗੁਰੂ ਸਾਹਿਬ ਨੇ ਹੁਣ ਕਿਰਪਾ ਕੀਤੀ। ਗੁਰੂ ਕੋਲੋਂ ਜਾ ਕੇ ਆਨੰਦ ਦੀ ਸੂਝ ਆਉਂਦੀ ਹੈ ਨਾ, ਕਿਉਂਕਿ ਜਦੋਂ ਗੁਰੂ ਕੋਲ ਜਾ ਕੇ ਆਨੰਦ ਦੀ ਸੂਝ ਆਉਣ ਦੀ ਬਾਤ ਕਰਾਂਗੇ ਤੇ ਮਾਲਕ ਕਹਿੰਦੇ ਗੁਰੂ ਦੇ ਦਰ ਤੇ ਜਾਂਦਿਆਂ ਸਭ ਤੋਂ ਪਹਿਲਾਂ ਗੁਰੂ ਕੀ ਕਰਦੇ ਨੇ? ਸਭ ਤੋਂ ਪਹਿਲਾਂ ਕਿਲ ਵਿਖ ਕੱਟੇ। ਗੁਰੂ ਸਭ ਤੋਂ ਪਹਿਲਾਂ ਤੇਰੇ ਪਾਪ ਬਖਸ਼ਦਾ ਹੈ। ਸਭ ਤੋਂ ਪਹਿਲਾਂ ਗੁਰੂ ਤੇਰੇ ਪਾਪਾਂ ਦੇ ਉੱਤੇ ਪਰਦਾ ਪਾਉਂਦਾ ਹੈ। ਸਭ ਤੋਂ ਪਹਿਲਾਂ ਤੇਰੇ ਕੀਤੇ ਹੋਏ ਕਰਮਾਂ ਨੂੰ ਗੁਰੂ ਬਖਸ਼ਦਾ ਹੈ। ਉਹ ਕਰਮ ਚੰਗੇ ਸਨ, ਉਹ ਮੰਦੇ ਸਨ, ਜਦੋਂ ਤੂੰ ਆਪਾ ਗੁਰੂ ਅੱਗੇ ਸਮਰਪਿਤ ਕਰਤਾ, ਗੁਰੂ ਨੇ ਸਾਰੇ ਹੀ ਬਖਸ਼ਤੇ। ਹੁਣ ਇਹ ਨਹੀਂ ਵੀ ਇਕੱਲੇ ਬਖਸ਼ੇ ਹੀ ਨੇ, ਅਗਾਂਹ ਤੋਂ ਗਿਆਨ ਦਾ ਸੁਰਮਾ ਵੀ ਅੱਖਾਂ 'ਚ ਪਾਤਾ ਵੀ ਸੱਜਣਾ ਅੱਗੇ ਤੋਂ ਆ ਗਿਆਨ ਦੇ ਨਾਲ ਸੋਚ ਕੇ, ਸਮਝ ਕੇ, ਵਿਵੇਕਤਾ ਨਾਲ ਚੱਲੀ, ਚੰਗਾ ਕੀ ਹੈ ਤੇ ਮੰਦਾ ਕੀ ਹੈ, ਉਹਨੂੰ ਪਹਿਚਾਨ ਕੇ ਫਿਰ ਚੰਗੇ ਰਸਤੇ ਨੂੰ ਚੁਣ ਕੇ ਉਸ ਚੰਗੇ ਰਾਹ ਤੇ ਤੁਰੀ। ਗਿਆਨ ਦਾ ਸੁਰਮਾ ਵੀ ਅੱਖ 'ਚ ਪਾਤਾ। ਹੁਣ ਜਿਹਦੀ ਅੱਖ ਵਿੱਚ ਗਿਆਨ ਦਾ ਸੁਰਮਾ ਪਾਇਆ, ਉਹ ਕਦੇ ਮਾੜੇ ਰਸਤੇ ਤੇ ਨਹੀਂ ਤੁਰੇਗਾ। ਜਿਸ ਦੀ ਨਜ਼ਰ ਨੂੰ ਗੁਰੂ ਸਾਹਿਬ ਨੇ ਚੰਗਿਆਂ ਬਣਾ ਦਿੱਤਾ ਹੈ ਨਾ, ਚੇਤਾ ਰੱਖਿਓ, ਉਹ ਨਜ਼ਰ ਕਦੇ ਮੰਦੀ ਨਹੀਂ ਹੋ ਸਕਦੀ। ਇਨਸਾਨ ਲੱਖ ਯਤਨ ਕਰੇ, ਜਿੰਨਾ ਚਿਰ ਭੈੜੀ ਮਾਤੀ ਅੰਦਰੋਂ ਨਹੀਂ ਮਰੇਗੀ, ਉਹਨਾਂ ਚਿਰ ਮੈਂ ਲੱਖ ਯਤਨ ਕਰ ਲਾਂ ਆਪਣੀ ਨਜ਼ਰ ਨੂੰ ਚੰਗਿਆਂ ਬਣਾਉਣ ਦਾ, ਨਹੀਂ ਬਣਾ ਸਕਦਾ। ਜਿੰਨਾ ਚਿਰ ਮੈਂ ਆਪਣੇ ਭੈੜੀ ਜਿਹੜੀ ਮੱਤ ਹੈ, ਭੈੜਾ ਮਨ ਪਿੱਛੇ ਲੱਗ ਕੇ ਮੱਤ ਜਿਹੜੀ ਤੁਰੀ ਫਿਰਦੀ ਹੈ,
ਤੇ ਜਿੰਨਾ ਚਿਰ ਮੈਂ ਆਪਣੇ ਮਨ ਦੀਆਂ ਉਹ ਭਾਵਨਾਵਾਂ, ਮਨ ਦੀਆਂ ਇੱਛਾਵਾਂ, ਵਿਕਾਰੀ ਮਨ ਦੀਆਂ ਜਿਹੜੀਆਂ ਭਾਵਨਾਵਾਂ ਨੇ, ਮੈਂ ਉਹਨਾਂ ਨੂੰ ਖਤਮ ਨਹੀਂ ਕਰ ਲੈਂਦਾ, ਮੈਂ ਕਿਵੇਂ ਚੰਗਾ ਬਣ ਜਾਵਾਂਗਾ? ਪਾਪ ਕਿਵੇਂ ਛੱਡ ਦਾਂਗਾ? ਮੈਂ ਕਦੇ ਵੀ ਨਹੀਂ ਤਿਆਗ ਸਕਦਾ। ਮੇਰੀਆਂ ਅੱਖਾਂ ਪਾਪ ਕਮਾਉਣੋਂ ਨਹੀਂ ਹਟਣਗੀਆਂ, ਕਿਉਂਕਿ ਮਨ ਮੇਰਾ ਵਿਕਾਰੀ ਹੈ। ਮੇਰੇ ਕੰਨ ਵਿਕਾਰ ਕਮਾਉਣੋਂ, ਪਾਪ ਕਮਾਉਣੋਂ ਨਹੀਂ ਹਟਣਗੇ, ਕਿਉਂ? ਮਨ ਵਿਕਾਰੀ ਹੈ। ਮੇਰੀ ਜ਼ੁਬਾਨ ਪਾਪ ਕਮਾਉਣੋਂ ਕਿਵੇਂ ਹਟ ਜਾਏਗੀ? ਮਨ ਤੇ ਵਿਕਾਰੀ ਪਿਆ। ਐਵੇਂ ਨਹੀਂ ਗੁਰੂ ਸਾਹਿਬ ਨੇ ਆਖਿਆ ਕਰ ਕਿਰਪਾ ਕਿਲ ਵਿਖ ਕੱਟੇ। ਪਹਿਲੋਂ ਕਿਰਪਾ ਕਰਕੇ ਉਹ ਪਾਪ ਕੱਟਦਾ, ਕਿਲ ਵਿਖ ਕੱਟਦਾ। ਤੇ ਜਦੋਂ ਗੁਰੂ ਕਿਲ ਵਿਖ ਕੱਟਦੇ ਨੇ, ਫਿਰ ਗਿਆਨ ਅੰਜਨ ਸਾਰਿਆ, ਗਿਆਨ ਦਾ ਸੁਰਮਾ ਉਹ ਨੇਤਰੀ ਪਾਉਂਦੇ ਨੇ। ਤੇ ਜਿਨ੍ਹਾਂ ਦੀਆਂ ਨੇਤਰਾਂ ਦੇ ਵਿੱਚ ਗਿਆਨ ਦਾ ਸੁਰਮਾ ਪੈ ਜਾਏ, ਗਿਆਨ ਦਾ ਸੁਰਮਾ ਜਿਨ੍ਹਾਂ ਦੀਆਂ ਨਜ਼ਰਾਂ ਵਿੱਚ, ਨੇਤਰਾਂ ਵਿੱਚ ਗੁਰੂ ਨੇ ਪਾ ਦਿੱਤਾ, ਚੇਤਾ ਰੱਖਿਓ, ਅਸਲ ਦੇ ਵਿੱਚ ਵਿਵੇਕਤਾ ਦੇ ਉਹ ਧਣੀ ਬਣ ਜਾਂਦੇ ਨੇ, ਵਿਵੇਕੀ ਬਣ ਜਾਂਦੇ ਨੇ। ਤੇ ਜਦੋਂ ਵਿਵੇਕਤਾ ਦੇ ਧਣੀ ਬਣ ਜਾਣ, ਵਿਵੇਕੀ ਬਣ ਜਾਣ, ਉਦੋਂ ਪਤਾ ਲੱਗ ਜਾਂਦਾ ਪਾਪ ਕਿਹੜਾ ਤੇ ਪੁੰਨ ਕਿਹੜਾ, ਮੈਂ ਆਪਣੀ ਜ਼ਿੰਦਗੀ 'ਚ ਕੀ ਕਮਾਉਣਾ ਤੇ ਮੈਂ ਕਮਾਉਂਦਾ ਕੀ ਆਇਆ। ਸਤਿਗੁਰੂ ਦੀ ਬਾਣੀ ਆਪ ਜੀ ਦੀਆਂ ਰਸਨਾਵਾਂ ਤੇ ਰਹਿੰਦੀ ਹੈ। ਮਲਕ ਪਾਤਸ਼ਾਹ ਜੀ ਦੀ ਬਾਣੀ ਦਾ ਇੱਕ ਬਚਨ ਹੈ, ਗੁਰੂ ਸਾਹਿਬ ਤਰੁੱਠਦੇ ਨੇ। ਜਦੋਂ ਗੁਰੂ ਤਰੁੱਠਦਾ ਹੈ, ਗੁਰੂ ਤਰੁੱਠ ਕੇ ਕੀ ਕਰਦਾ? ਪਿਛਲੇ ਔਗਣ ਬਖਸ਼ ਲਏ ਪ੍ਰਭ, ਆਗੇ ਮਾਰਗ ਪਾਵੇ। ਉਹਨੇ ਬਖਸ਼ ਲਏ ਨਾ ਔਗਣ। ਹੁਣ ਔਗਣ ਕਿਹੜੇ ਸੀ? ਜਿਹੜੇ ਭੈੜੇ ਕਰਮ ਜ਼ਿੰਦਗੀ 'ਚ ਕਮਾਏ ਸਨ, ਜਿਹੜੇ ਭੈੜੇ ਪਾਪ ਜ਼ਿੰਦਗੀ 'ਚ ਕੀਤੇ ਸੀ। ਜਦੋਂ ਮੈਂ ਗੁਰੂ ਅੱਗੇ ਜਾ ਕੇ ਫਰਿਆਦ ਕੀਤੀ, ਫਰਿਆਦ ਕਰਕੇ ਗੁਰੂ ਅੱਗੇ ਅਰਜ਼ੋਈ ਕਰਦਿਆਂ ਮੈਂ ਆਖਿਆ ਵੀ ਮਾਲਕਾ ਹੁਣ ਬਖਸ਼ ਲਾ, ਅੱਜ ਤੋਂ ਬਾਅਦ ਵਿੱਚ ਤੌਬਾ। ਤੇ ਜਿਸ ਦਿਨ ਮੈਂ ਗੁਰੂ ਕੋਲੋਂ ਆ ਕੇ ਆਪਣੇ ਔਗਣ ਤੇ ਪਾਪ ਬਖਸ਼ਾ ਲਏ, ਗੁਰੂ ਬਖਸ਼ ਦਏ, ਤੇ ਆਪਣੀ ਸੰਗਤ ਨਾਲ ਰਲਾ ਲਵੇ, ਆਪਣੇ ਅੱਗੇ ਮਾਰਗ ਉੱਤੇ ਤੋਰ ਲਵੇ। ਤੇ ਜਿਹਨੂੰ ਉਹ ਅਗਲੇ ਮਾਰਗ ਤੇ ਤੋਰ ਲੈਂਦਾ, ਫਿਰ ਉਹ ਕਦੇ ਪਾਪ ਜ਼ਿੰਦਗੀ 'ਚ ਨਹੀਂ ਜੇ ਕਮਾਉਂਦਾ। ਹੁਣ ਇੱਕ ਖਿਆਲ ਇੱਥੇ ਹੋਰ ਕਰੀਏ। ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਵੇਲੇ ਸਿੱਖ ਦਾ ਜ਼ਿਕਰ ਆਉਂਦਾ ਨਾ, ਭਾਈ ਬਿਧੀ ਚੰਦ। ਹੈਰਾਨੀਜਨਕ ਜੀਵਨ ਹੈ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਦਰ ਤੇ ਆਉਣ ਤੋਂ ਪਹਿਲਾਂ, ਔਰ ਬੜੀ ਪੂਜਨੀਕ ਸ਼ਖਸੀਅਤ ਨੇ ਭਾਈ ਬਿਧੀ ਚੰਦ ਜੀ, ਬੜੀ ਮਾਨਯੋਗ ਸ਼ਖਸੀਅਤ ਨੇ, ਜਿਹਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਆਪਣੇ ਸੀਨੇ ਨਾਲ ਗਲ ਨਾਲ ਲਾ ਕੇ ਕਹਿੰਦੇ ਵੀ ਤੂੰ ਗੁਰੂ ਦਾ ਸੀਨਾ ਹੈ। ਉਹ ਕਿੰਨੀ ਵੱਡੀ ਹਸਤੀ ਤੇ ਕਿੰਨੇ ਸਤਿਕਾਰਯੋਗ ਔਰ ਅਦਬਯੋਗ ਉਹ ਹਸਤੀ ਸ਼ਖਸੀਅਤ ਹੋਣਗੇ। ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਦਰ ਤੇ ਆਉਣ ਤੋਂ ਪਹਿਲਾਂ ਦੀ ਸ਼ਖਸੀਅਤ ਕਿਤੇ ਵੇਖੋ ਉਹਨਾਂ ਦੀ। ਕਰਮ ਕੀ ਕਰਦੇ? ਚੋਰੀ। ਤੇ ਹੁਣ ਚੋਰ ਕਿਹਦਾ ਸਕਾ? ਚੋਰ ਨੇ ਵੇਖਣਾ ਥੋੜੀ ਹੈ ਗਰੀਬ ਹੈ ਕਿ ਅਮੀਰ ਹੈ, ਉਹਨੂੰ ਤੇ ਜਿੱਥੋਂ ਹੱਥ ਵੱਜਿਆ ਉਹਨੇ ਮਾਰ ਲੈਣਾ। ਚੋਰ ਨੇ ਚੋਰੀ ਕਰਨ ਲੱਗਿਆ ਇਹ ਨਹੀਂ ਵੇਖਣਾ ਵੀ ਮੈਂ ਕਿਹਦੇ ਘਰ ਨੂੰ ਜਾ ਕੇ ਲੁੱਟਾਂ ਤੇ ਕਿਹਦੇ ਨਹੀਂ। ਜਿਹਦਾ ਘਰ ਉਹਨੂੰ ਨਜ਼ਰ ਆ ਗਿਆ ਉਹਨੇ ਉਸੇ ਘਰ ਨੂੰ ਜਾ ਕੇ ਲੁੱਟ ਲੈਣਾ। ਔਰ ਦੂਸਰੀ ਹੈਰਾਨੀ ਦੀ ਬਾਤ, ਜਿੱਦਣ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਦਰ ਤੇ ਆ ਕੇ ਬਹਿੰਦੇ ਨੇ ਨਾ, ਉਦਣ ਵੀ ਚੋਰੀ ਕਰਕੇ ਆਏ ਨੇ। ਮੱਝਾਂ ਖੋਲੀਆਂ ਪਿੰਡ ਚੋਂ, ਪਿੰਡ ਵਾਲਿਆਂ ਵੇਖ ਲਿਆ, ਮੱਝਾਂ ਅੱਗੇ ਦੌੜਾ ਲੀਆਂ, ਭਾਈ ਬਿਧੀ ਚੰਦ ਜੀ ਮਗਰ ਮਗਰ, ਤੇ ਮੱਝਾਂ ਸਾਰੀਆਂ ਛੱਪੜ ਵਿੱਚ ਵਾੜੀਆਂ, ਤੇ ਆਪ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਦਰ ਨੂੰ ਹੋ ਗਏ। ਜਾ ਕੇ ਸੰਗਤ ਵਿੱਚ ਬੈਠੇ, ਮਨ ਹੀ ਮਨ ਇੱਕ ਅਰਦਾਸ ਹੈ ਕਿ ਸਤਿਗੁਰੂ ਅੱਜ ਰੱਖਿਆ ਕਰ ਲਾ, ਜੇ ਅੱਜ ਫੜਿਆ ਗਿਆ ਨਾ ਤੇ ਪਿੰਡ ਵਾਲਿਆਂ ਛੱਡਣਾ ਨਹੀਂ। ਅੱਜ ਰੱਖਿਆ ਕਰ ਲੋ, ਅੱਜ ਤੋਂ ਬਾਅਦ ਵਿੱਚ ਇਹ ਸਾਰੇ ਹੀ ਕਾਰਜ ਛੱਡ ਦਿਆਂਗਾ। ਉਹ ਨਗਰ ਵਾਲੇ ਵੀ ਗੁਰੂ ਸਾਹਿਬ ਦੇ ਦਰਬਾਰ 'ਚ ਆ ਕੇ ਉਹਨਾਂ ਇਹੋ ਇੱਛਾ ਪ੍ਰਗਟ ਕੀਤੀ, ਬਚਨ ਜਿਹੜੇ ਗੁਰੂ ਸਾਹਿਬ ਰੱਖੇ ਵੀ ਮਾਲਕ ਜੀ, ਸਾਡੇ ਨਗਰ ਵਿੱਚੋਂ ਇੱਕ ਚੋਰ ਚੋਰੀ ਕਰਕੇ ਆਇਆ ਹੈ, ਤੇ ਅਸੀਂ ਸਾਡੇ ਮਨ 'ਚ ਇੱਕ
ਵਿਚਾਰ ਜਾਂ ਭੁਲੇਖਾ ਹੈ ਵੀ ਸ਼ਾਇਦ ਉਹ ਆਪ ਜੀ ਦੀ ਸੰਗਤ ਵਿੱਚ ਆ ਕੇ ਬੈਠਾ ਹੈ। ਤੇ ਮਾਲਕ ਨੇ ਸਿੱਧਾ ਹੱਥ ਕਰਦੇ ਆਖਿਆ ਵੀ ਆਓ ਸਾਹਮਣੇ ਸਾਰੇ ਸ਼ਖਸ ਬੈਠੇ ਨੇ, ਇਹਨਾਂ ਵਿੱਚੋਂ ਜਿਹੜਾ ਤੁਹਾਡਾ ਚੋਰ ਹੈ ਤੁਸੀਂ ਲੈ ਜਾਓ। ਤੇ ਉਥੋਂ ਕਿਸੇ ਦਾ ਵੀ ਚਿਹਰਾ ਨਜ਼ਰ ਨਹੀਂ ਆਇਆ ਜਿਹੜਾ ਚੋਰ ਲੱਗਦਾ ਹੋਵੇ, ਕਿਸੇ ਦਾ ਵੀ ਚਿਹਰਾ। ਤੇ ਜਦੋਂ ਉਹ ਚਲੇ ਜਾਂਦੇ ਨੇ ਨਾ ਵਾਪਸ, ਤੇ ਭਾਈ ਬਿਧੀ ਚੰਦ ਉੱਠ ਕੇ ਗੁਰੂ ਚਰਨਾਂ ਵਿੱਚ ਆ ਕੇ ਨਮਸਕਾਰ ਕਰਦਾ ਵੀ ਮਾਲਕ ਅੱਜ ਤੋਂ ਆਪਣੇ ਦਰ ਤੇ ਹੀ ਰੱਖ ਲਾ, ਇਸ ਦਰ ਤੋਂ ਮੈਂ ਕਿਤੇ ਹੋਰ ਨਹੀਂ ਜਾਣਾ। ਔਰ ਉਦੋਂ ਬਾਅਦ ਵਿੱਚ ਵੇਖੋ ਫਿਰ ਸਤਿਗੁਰੂ ਦੇ ਦਰ ਤੇ ਆ ਕੇ ਤੌਬਾ ਕੀਤੀ, ਮਾਲਕਾ ਚੋਰੀ ਅੱਜ ਤੋਂ ਬਾਅਦ ਨਹੀਂ ਕਰਾਂਗਾ, ਕਦੇ ਚੋਰੀ ਨਹੀਂ ਕਰਾਂਗਾ ਤੇਰੇ ਦਰ ਤੇ। ਦਿਮਾਗ ਬਹੁਤ ਸ਼ਾਤਰ ਹੈ, ਚਲਾਕ ਬਹੁਤ ਨੇ। ਜਿਹੜੀ ਸੰਸਾਰਿਕ ਤੌਰ ਦੇ ਉੱਤੇ ਸ਼ਾਤਰਤਾ ਚਾਹੀਦੀ ਹੈ ਨਾ, ਬਹੁਤ ਹੈ, ਉਤੋਂ ਗੁਰੂ ਦੀ ਰਹਿਮਤ ਬੜੀ ਹੈ। ਸਮਾਂ ਐਸਾ ਬਣਿਆ ਜਦੋਂ ਗੁਰੂ ਸਾਹਿਬ ਵਾਸਤੇ ਘੋੜੇ ਅਰਪਣ ਕਰਨ ਲਈ ਸਿੱਖ ਲੈ ਕੇ ਆਉਂਦੇ ਨੇ, ਰਸਤੇ ਵਿੱਚੋਂ ਲੁੱਟ ਲਏ ਜਾਂਦੇ। ਦਿਲਬਾਗ ਤੇ ਗੁਲਬਾਗ ਦੋ ਘੋੜੇ। ਹੁਣ ਜ਼ਿੰਮੇਵਾਰੀ ਭਾਈ ਬਿਧੀ ਚੰਦ ਦੀ ਲੱਗਦੀ ਹੈ ਵੀ ਭਾਈ ਬਿਧੀ ਚੰਦ ਜੀ ਉਹ ਘੋੜੇ ਤੁਸੀਂ ਲੈ ਕੇ ਆਉਣੇ ਨੇ। ਕਿਉਂਕਿ ਜਦੋਂ ਸਿੱਖਾਂ ਨੇ ਆ ਕੇ ਕਹਿ ਦਿੱਤਾ ਵੀ ਮਾਲਕ ਜੀ ਅਸੀਂ ਤੇ ਲੈ ਕੇ ਆ ਰਹੇ ਸਾਂ, ਸਾਡੇ ਤੋਂ ਰਾਹ 'ਚ ਖੋਲੇ, ਤੇ ਗੁਰੂ ਸਾਹਿਬ ਨੇ ਰਸਨਾ ਤੋਂ ਇੱਕੋ ਹੀ ਗੱਲ ਆਖੀ ਵੀ ਤੁਹਾਡੀ ਭੇਟਾ ਸਾਡੇ ਤੱਕ ਪਹੁੰਚ ਗਈ ਹੈ, ਹੁਣ ਉਹ ਸਾਡੀ ਅਮਾਨਤ ਹੈ, ਅਸੀਂ ਕਿਵੇਂ ਲੈ ਕੇ ਆਉਣਾ ਉਹ ਸਾਡੀ ਜ਼ਿੰਮੇਵਾਰੀ ਹੈ। ਫਿਰ ਭਾਈ ਬਿਧੀ ਚੰਦ ਦੀ ਜ਼ਿੰਮੇਵਾਰੀ ਲਾਉਂਦੇ, ਤੇ ਭਾਈ ਬਿਧੀ ਚੰਦ ਫਿਰ ਆਪਣੇ ਉਹੀ ਕਰਮ ਜਿਹੜੇ ਨੇ, ਕਦੇ ਉਹ ਕਿਸੇ ਗਰੀਬ ਨੂੰ ਲੁੱਟਣ ਵਾਸਤੇ, ਕਿਸੇ ਉੱਤੇ ਅਤਿਆਚਾਰ ਤੇ ਜ਼ੁਲਮ ਕਰਨ ਵਾਸਤੇ, ਅੱਜ ਕਿਸੇ ਦਾ ਹੱਕ ਮਾਰਨ ਵਾਸਤੇ ਨਹੀਂ, ਅੱਜ ਗੁਰੂ ਤੋਂ ਆਪਣਾ ਆਪਾ ਵਾਰਦਿਆਂ ਹੋਇਆਂ ਉਹ ਕਰਮ ਕਰਨ ਲੱਗੇ ਨੇ। ਦਿਮਾਗ, ਚਲਾਕ, ਸੂਝਵਾਨਤਾ, ਸ਼ਾਤਰਤਾ ਬਹੁਤ ਹੈ। ਸਭ ਤੋਂ ਪਹਿਲਾਂ ਕਾਈਏ ਦਾ ਰੂਪ ਬਣਾਇਆ, ਸੇਵਾ ਕਰਦਿਆਂ ਇੰਨਾ ਕੁ ਜ਼ਿਆਦਾ ਉੱਥੇ ਆਪਣਾ ਅਸਲ ਰਸੂਖ ਤੇ ਵਿਸ਼ਵਾਸ ਬਣਾ ਲਿਆ। ਇੱਕ ਦਿਨ ਆਇਆ, ਇੱਕ ਘੋੜਾ ਖੋਲਿਆ ਲੈ ਕੇ, ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਦਰ ਤੇ ਅਰਪਣ ਕੀਤਾ। ਮਾਲਕ ਦੇ ਦਰ ਤੋਂ ਫਿਰ ਇਜਾਜ਼ਤ ਲਈ, ਸਤਿਗੁਰੂ ਦੂਜਾ ਵੀ ਲੈ ਕੇ ਆਉਣਾ, ਤੇ ਦੂਜੀ ਵਾਰੀ ਸਾਧੂ ਦਾ ਰੂਪ ਬਣਾਇਆ, ਤੇ ਜਾ ਕੇ ਉਹਨਾਂ ਨੂੰ ਫਿਰ ਆਖਦੇ ਵੀ ਮੈਨੂੰ ਲੱਗਦਾ ਤੁਹਾਡਾ ਕੋਈ ਘੋੜਾ ਚੋਰੀ ਹੋ ਗਿਆ। ਹੁਣ ਪਤਾ ਤੇ ਸੀ ਨਾ ਵੀ ਚੋਰੀ ਹੋਇਆ, ਮੈਂ ਹੀ ਲੈ ਕੇ ਗਿਆ। ਜਿਵੇਂ ਜਿਵੇਂ ਹਾਲਾਤ ਬਣੇ ਕਹਿੰਦੇ ਉਦਾਂ ਦੇ ਹੀ ਬਣਾ ਦਿਓ, ਮੈਂ ਦੱਸ ਦਿਆਂਗਾ ਘੋੜਾ ਕਿੱਧਰ ਨੂੰ ਗਿਆ। ਦੂਜਾ ਵੀ ਖੋਲਿਆ ਤੇ ਲਿਆ ਕੇ ਗੁਰੂ ਦਰ ਤੇ ਰੱਖਤਾ। ਹੁਣ ਜੇ ਆਪਾਂ ਬਾਤ ਕਰਾਂਗੇ ਕਰਮਾਂ ਦੀ, ਗੁਰੂ ਨੇ ਤੇ ਕਰਮ ਬਖਸ਼ ਦਿੱਤੇ ਨਾ, ਗੁਰੂ ਨੇ ਤੇ ਕਿਲਵੇਖ ਸਾਰੇ ਕੱਟ ਦਿੱਤੇ। ਹੁਣ ਉਦੋਂ ਬਾਅਦ ਵਿੱਚ ਜਦੋਂ ਗੁਰੂ ਕਿਲਵੇਖ ਕੱਟ ਦਿੰਦਾ ਹੈ ਨਾ, ਤੇ ਮਾਲਕ ਕਹਿੰਦੇ ਫਿਰ ਗਿਆਨ ਦਾ ਸੁਰਮਾ ਜਦੋਂ ਅੱਖਾਂ 'ਚ ਪੈਂਦਾ, ਉਹ ਅੱਖਾਂ ਵਿੱਚ ਪਿਆ ਗਿਆਨ ਦਾ ਸੁਰਮਾ ਇੰਨਾ ਕੁ ਜ਼ਿਆਦਾ ਜੀਵ ਦੀ ਸੋਚ ਨੂੰ ਵਿਵੇਕੀ ਬਣਾ ਦਿੰਦਾ ਹੈ ਕਿ ਹੁਣ ਕੋਈ ਵੀ ਮੰਦਾ ਕਰਮ ਜੀਵ ਨਹੀਂ ਕਰਦਾ। ਜਦੋਂ ਵੀ ਕਮਾਉਂਦਾ ਫਿਰ ਭਲੇ ਦਾ ਕਰਮ ਕਮਾਉਂਦਾ ਹੈ, ਤੇ ਜਦੋਂ ਵੀ ਕਰਦਾ ਉਦੋਂ ਭਲੇ ਦਾ ਕਰਮ ਕਰਦਾ ਹੈ। ਵਿਵੇਕਤਾ ਦੇ ਸਦਕੇ, ਵਿਵੇਕਤਾ ਦਾ ਜਿਹੜਾ ਆਪਣੇ ਜੀਵਨ ਅੰਦਰ ਗੁਣ ਧਾਰਨ ਕੀਤਾ ਹੈ, ਉਹਦੇ ਸਦਕੇ ਹੁਣ ਕੀ ਕਰਦਾ, ਚੰਗੇ ਰਸਤੇ ਦੇ ਉੱਤੇ ਹੀ ਚੱਲਦਾ। ਹੁਣ ਮਾੜੇ ਸਾਰੇ ਹੀ ਰਸਤੇ ਤਿਆਗ ਦਿੱਤੇ, ਕਿਉਂਕਿ ਗੁਰੂ ਨੇ ਕਿਰਪਾ ਕਰਕੇ ਕਿਲਵੇਖ ਕੱਟ ਕੇ ਗਿਆਨ ਦਾ ਸੁਰਮਾ ਅੱਖਾਂ ਵਿੱਚ ਪਾ ਦਿੱਤਾ। ਅੰਦਰੋਂ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚੇ ਸਵਾਰਿਆ। ਫਿਰ ਗੁਰੂ ਨੇ ਗਿਆਨ ਦਾ ਸੁਰਮਾ ਪਾਇਆ ਅੱਖਾਂ ਵਿੱਚ। ਜਿਨ੍ਹਾਂ ਦੀਆਂ ਅੱਖਾਂ ਵਿੱਚ ਗੁਰੂ ਨੇ ਗਿਆਨ ਦਾ ਸੁਰਮਾ ਪਾਇਆ, ਉਹਨਾਂ ਦੀ ਜ਼ਿੰਦਗੀ 'ਚ ਇੱਕ ਆਹ ਕਰਮ ਵਰਤਿਆ, ਆਹ ਬਖਸ਼ਿਸ਼ ਵਰਤੀ। ਤੇ ਉਹ ਬਖਸ਼ਿਸ਼ ਕਾਹਦੀ ਹੈ? ਅੰਦਰੋਂ ਜਿਨ ਕਾ ਮੋਹ ਟੁੱਟਾ। ਉਹ ਗਿਆਨ ਦਾ ਸੁਰਮਾ ਕੱਲਾ ਅੱਖਾਂ ਕਰਕੇ ਨਹੀਂ ਦਿਸਣ ਲਾਉਂਦਾ। ਇਹਨਾਂ ਅੱਖਾਂ ਵਿੱਚ ਗਿਆਨ ਦਾ ਸੁਰਮਾ ਨਹੀਂ, ਉਹ ਪੈਂਦਾ ਮਨ ਦੀਆਂ ਅੱਖਾਂ ਵਿੱਚ ਗਿਆਨ ਦਾ ਸੁਰਮਾ। ਜਿਹੜਾ ਕਦੇ ਮੰਦਾ ਵੇਖਦਾ ਹੈ ਨਾ, ਅਗਿਆਨਤਾ ਵਸ ਹੋਇਆ, ਜਦੋਂ ਗਿਆਨ ਦਾ ਚਾਨਣ ਹੋ ਜਾਂਦਾ ਉਹ ਚੰਗਾ ਵੇਖਣ ਲੱਗ ਜਾਂਦਾ ਹੈ। ਜਦੋਂ ਚੰਗਾ ਵੇਖਣ ਲੱਗ ਗਿਆ, ਹੁਣ ਕੀ ਹੋਇਆ? ਅੰਦਰੋਂ ਜਿਨ ਕਾ ਮੋਹ ਟੁੱਟਾ। ਸਾਹਿਬ ਕਹਿੰਦੇ ਹੁਣ ਮਾਇਆ ਦੇ ਪ੍ਰਤੀ ਜਿਹੜਾ ਮੋਹ ਸੀ,
ਮਾਇਆ ਦੇ ਪ੍ਰਤੀ ਜਿਹੜੀ ਖਿੱਚ ਸੀ ਉਹ ਸਾਰੀ ਦੀ ਸਾਰੀ ਖਿੱਚ ਟੁੱਟ ਗਈ। ਤਿਨ ਕਾ ਸ਼ਬਦ ਸੱਚੈ ਸਵਾਰਿਆ, ਤੇ ਉਹਨਾਂ ਦਾ ਹੁਣ ਜਿਹੜਾ ਬੋਲ ਹੈ ਨਾ, ਸ਼ਬਦ ਹੈ ਜਿਹੜਾ ਉਹਨਾਂ ਦਾ, ਸੱਚੇ ਨੇ ਆਪ ਸਵਾਰ ਦਿੱਤਾ, ਜਾਂ ਅਕਾਲ ਪੁਰਖ ਨੇ ਉਹਨਾਂ ਦਾ ਬੋਲ ਹੀ ਇੰਨਾ ਕੁ ਸੁਚੱਜਾ ਤੇ ਮਿੱਠਾ ਕਰ ਦਿੱਤਾ। ਮਤਲਬ ਇਉਂ ਕਹਿ ਲਈਓ ਚੰਗੇ ਜੀਵਨ ਦੇ ਮਾਲਕ ਬਣ ਗਏ। ਅੰਦਰੋਂ ਮੋਹ ਟੁੱਟ ਗਿਆ ਨਾ। ਹੁਣ ਮੋਹ ਕਿੰਨਾ ਕਿੰਨਾ ਚੀਜ਼ਾਂ ਦੇ ਪ੍ਰਤੀ ਹੈ, ਸੰਸਾਰਿਕ ਪਦਾਰਥਾਂ ਦੇ ਪ੍ਰਤੀ ਜੀਵ ਦੇ ਅੰਦਰ ਮੋਹ ਬਹੁਤ ਹੈ। ਸੰਸਾਰਿਕ ਸਾਕ ਸੰਬੰਧਾਂ ਦੇ ਪ੍ਰਤੀ ਜੀਵ ਦੇ ਅੰਦਰ ਮੋਹ ਬਹੁਤ ਹੈ। ਹੁਣ ਇਹ ਸਾਰੀਆਂ ਦੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਸੰਸਾਰਿਕ ਤੌਰ ਤੇ, ਚਾਹੇ ਅਸੀਂ ਮਾਇਕ ਪਦਾਰਥ ਕਹਿ ਲਈਏ, ਪਰਿਵਾਰ ਦੀ ਗੱਲ ਕਰ ਲਈਏ, ਸਾਕ ਸੰਬੰਧੀ ਰਿਸ਼ਤੇਦਾਰਾਂ ਦੀ ਗੱਲ ਕਰ ਲਈਏ, ਮੋਹ ਤੇ ਇਹਨਾਂ ਪ੍ਰਤੀ ਜੀਵ ਲੈ ਕੇ ਬੈਠਾ ਨਾ। ਇੱਕ ਹੈ ਪ੍ਰੇਮ ਤੇ ਇੱਕ ਹੈ ਮੋਹ। ਪ੍ਰੇਮ ਜਿਹੜਾ ਉਹ ਮੋਹ ਦਾ ਚੰਗਾ ਪੱਖ ਹੈ, ਪਰ ਉਹੀ ਪ੍ਰੇਮ ਜਦੋਂ ਲੋੜ ਤੋਂ ਵੱਧ ਜਾਏਗਾ ਉਦੋਂ ਮੋਹ ਵਿੱਚ ਤਬਦੀਲ ਹੋ ਜਾਣਾ। ਜਦੋਂ ਮੋਹ ਵਿੱਚ ਤਬਦੀਲ ਹੋ ਗਿਆ ਫਿਰ ਦਲਦਲ ਵਿੱਚ ਫਸ ਜਾਵਾਂਗੇ। ਮੋਹ ਨੂੰ ਵਿਕਾਰ ਦਾ ਨਾਮ ਦਿੱਤਾ ਹੈ, ਪਰ ਜੇ ਹੋਵੇ ਨਾ ਤੇ ਸੰਸਾਰ 'ਚ ਵਿਹਾਰ ਕਿਵੇਂ ਚੱਲਣ? ਜੇ ਮੋਹ ਨਾ ਹੋਵੇ ਤੇ ਸੰਸਾਰ ਵਿੱਚ ਵਿਹਾਰ ਕਿਵੇਂ ਚੱਲਣ? ਸੰਸਾਰ ਦਾ ਵਿਹਾਰ ਚਲਾਉਣ ਵਾਸਤੇ ਅਕਾਲ ਪੁਰਖ ਪਰਮੇਸ਼ਵਰ ਵੱਲੋਂ ਦਿੱਤਾ ਹੋਇਆ ਇੱਕ ਇਹ ਗੁਣ ਹੈ ਜਿਹੜਾ ਜੀਵ ਦੀ ਝੋਲੀ ਵਿੱਚ ਪਾਇਆ, ਜਿਸ ਦੇ ਸਦਕਾ ਜੀਵ ਜਿਹੜਾ ਹੈ ਉਹ ਆਪਣੇ ਸੰਸਾਰਿਕ ਜੀਵਨ ਨੂੰ ਜਿਉਂਦਾ ਹੈ। ਆਪਣੇ ਸੰਸਾਰਿਕ ਜੀਵਨ ਨੂੰ ਜਿਉਂਦਾ ਹੈ। ਕਿਹਦੇ ਸਦਕਾ? ਰੱਬ ਦੇ ਪਾਏ ਹੋਏ ਇਸ ਗੁਣ ਦੇ ਸਦਕਾ। ਜੇ ਪ੍ਰੇਮ ਨਾ ਹੋਵੇ ਤੇ ਇੱਕ ਪਿਤਾ ਆਪਣੇ ਬੱਚਿਆਂ ਵਾਸਤੇ ਕੀ ਕੁਝ ਕਰੇਗਾ? ਕਦੇ ਵੀ ਨਹੀਂ। ਜੇ ਪ੍ਰੇਮ ਹੈ ਆਪਣੇ ਬੱਚਿਆਂ ਲਈ ਉਹ ਮਿਹਨਤ ਕਰੇ, ਮਸ਼ੱਕਤ ਕਰੇ, ਕੁਝ ਵੀ ਕਮਾਵੇ। ਮਾਂ ਪ੍ਰੇਮ ਦੇ ਸਦਕਾ, ਮਮਤਾ ਦੇ ਸਦਕਾ ਆਪਣੇ ਬੱਚਿਆਂ ਦੀ ਸੰਭਾਲ ਕਰਦੀ ਹੈ। ਜੇ ਉਹ ਰੱਬ ਪਾਉਂਦਾ ਹੀ ਨਾ, ਮਾਂ ਆਪਣੇ ਬੱਚਿਆਂ ਨੂੰ ਕਿਵੇਂ ਸਾਂਭਦੀ? ਪਿਓ ਆਪਣੇ ਬੱਚਿਆਂ ਵਾਸਤੇ ਕਰਮ ਕਿਵੇਂ ਕਰਦਾ? ਉਹ ਸੰਭਾਲ ਕਿਵੇਂ ਕਰਦੇ? ਉਹ ਇੱਕ ਪ੍ਰੇਮ ਹੈ ਜਿਹੜਾ ਅਕਾਲ ਪੁਰਖ ਪਰਮੇਸ਼ਵਰ ਵੱਲੋਂ ਮਨੁੱਖਾਂ ਦੇ ਜੀਵਨ ਵਿੱਚ, ਜ਼ਿੰਦਗੀ ਵਿੱਚ ਇੱਕ ਪਾਇਆ ਗਿਆ। ਪਰ ਜਦੋਂ ਇਹ ਲੋੜ ਤੋਂ ਵੱਧ ਜਾਂਦਾ, ਮੋਹ ਵਿੱਚ ਫਸ ਗਿਆ। ਹੁਣ ਮੋਹ ਵਿੱਚ ਫਸਿਆ ਕੀ ਹੋਇਆ? ਪਿਤਾ ਪੁੱਤਰਾਂ ਧੀਆਂ ਦੇ ਮੋਹ ਵਿੱਚ ਫਸਿਆ। ਉਹਨੇ ਮੋਹ ਵਿੱਚ ਫਸੇ ਨੇ ਕਿਸੇ ਦਾ ਹੱਕ ਮਾਰਨ ਤੋਂ ਗੁਰੇਜ਼ ਨਹੀਂ ਕੀਤਾ। ਹੁਣ ਉਹ ਮੋਹ ਵਿੱਚ ਫਸਿਆ ਹੋਇਆ ਇਹ ਸੋਚਦਾ ਮੈਂ ਆਪਣੇ ਬੱਚਿਆਂ ਨੂੰ ਸੰਭਾਲਾਂ, ਦੂਜਿਆਂ ਦੇ ਮੈਨੂੰ ਮਾਰਨੇ ਵੀ ਪੈ ਜਾਣ ਤੇ ਮੈਂ ਮਾਰ ਦਾਂਗਾ। ਉਦੋਂ ਵਿਕਾਰੀ ਬਣ ਜਾਂਦਾ ਹੈ। ਇੱਕ ਮਾਂ ਆਪਣੇ ਬੱਚਿਆਂ ਦੀ ਮਮਤਾ ਵਿੱਚ ਉਹਨਾਂ ਦੀ ਸੰਭਾਲ ਕਰਦੀ ਹੈ, ਪਰ ਜਦੋਂ ਮਮਤਾ ਵਿੱਚ ਬੈਠੀ ਉਹਨਾਂ ਦੀ ਸੰਭਾਲ ਕਰਦੀ, ਸਾਰਿਆਂ ਨਾਲ ਇੱਕੋ ਜਿਹਾ ਵਰਤਾਓ ਕਰੇ ਤੇ ਬਾਤ ਅਲੱਗ ਹੈ। ਪਰ ਜਦੋਂ ਆਪਣੇ ਬੱਚਿਆਂ ਨਾਲ ਪ੍ਰੇਮ ਕਰਦੀ, ਦੂਜਿਆਂ ਨਾਲ ਵਿਰੋਧ ਤੇ ਵੈਰ ਕਮਾਉਣ ਲੱਗ ਜਾਏ, ਦੂਜਿਆਂ ਦੀ ਔਲਾਦ ਨੂੰ ਨੁਕਸਾਨ ਪਹੁੰਚਾਉਣ ਲੱਗ ਜਾਏ, ਉਦੋਂ ਸਮਝ ਲਓ ਕਿ ਮਾਂ ਵਿਕਾਰੀ ਬਣ ਗਈ, ਮੋਹ ਵਿੱਚ ਫਸ ਗਈ। ਤੇ ਗੁਰੂ ਕੀ ਕਰਦਾ ਹੈ? ਮੋਹ ਟੁੱਟਾ, ਅੰਦਰੋਂ ਗੁਰੂ ਮੋਹ ਤੋੜਦਾ ਹੈ। ਮੋਹ ਤੋੜਨ ਤੋਂ ਭਾਵ ਇਹ ਨਹੀਂ ਵੀ ਹੁਣ ਪਰਿਵਾਰ ਨਾਲ ਪ੍ਰੇਮ ਨਹੀਂ ਰਹਿ ਜਾਂਦਾ। ਬਾਬਾ ਬੰਦਾ ਸਿੰਘ ਬਹਾਦਰ ਨੇ ਕੀ ਅਜੈ ਸਿੰਘ ਨੂੰ ਪਿਆਰ ਨਾਲ ਨਹੀਂ ਪਾਲਿਆ ਹੋਏਗਾ? ਪਰ ਜਿੱਦਣ 3 ਸਾਲਾਂ ਦੇ ਨੂੰ ਮੌਤ ਦੇ ਘਾਟ ਉਤਾਰਨਾ ਪੈ ਗਿਆ, ਉਹਨਾਂ ਨੇ ਮਾਰਿਆ, ਸ਼ਹੀਦ ਕੀਤਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ। ਪਰ ਉਦਣ ਉਹ ਮੋਹ ਫਿਰ ਧਰਮ ਤੋਂ ਡੁਲਾ ਨਹੀਂ ਸਕਿਆ। ਪ੍ਰੇਮ ਬਹੁਤ ਹੈ, ਇਹ ਨਹੀਂ ਵੀ ਬੱਚੇ ਨਾਲ ਪਿਆਰ ਨਹੀਂ ਹੈ। ਕੀ ਭਾਈ ਕੇਹਰ ਸਿੰਘ ਦਾ ਆਪਣੇ ਪੁੱਤਰ ਨਾਲ ਪ੍ਰੇਮ ਨਹੀਂ ਸੀ? ਉਹ ਵੀ ਜਾਣਦੇ ਨੇ ਕਿ ਮੈਂ ਚੱਲਿਆ ਨਨਕਾਣਾ ਸਾਹਿਬ ਦੀ ਧਰਤੀ ਤੇ ਉੱਥੇ ਕੋਈ ਵੀ ਭਾਣਾ ਵਰਤ ਸਕਦਾ ਹੈ। ਤੇ ਦਰਬਾਰਾ ਸਿੰਘ ਨੂੰ ਨਾਲ ਲੈ ਕੇ ਗਏ। ਕੀ ਪਿਆਰ ਨਹੀਂ ਸੀ? ਪਿਆਰ ਦੇ ਕਰਕੇ ਤੇ ਨਾਲ ਲੈ ਕੇ ਗਏ ਨੇ। ਹੁਣ ਜਿੰਨੀ ਵੀ ਆਪਾਂ ਮਾਵਾਂ ਦੀ ਗੱਲ ਕਰਾਂਗੇ, ਮੀਰ ਮੰਨੂ ਦੀਆਂ ਜੇਲਾਂ ਦੀ ਬਾਤ ਕਰਾਂਗੇ, ਕੀ ਉਹਨਾਂ ਦਾ ਬੱਚਿਆਂ ਨਾਲ ਪਿਆਰ ਨਹੀਂ ਸੀ? ਮਾਂ ਕਦੇ ਨਹੀਂ ਕਹਿ ਸਕਦੀ ਮੇਰਾ ਬੱਚੇ ਨਾਲ ਪ੍ਰੇਮ ਨਹੀਂ ਹੈ, ਜਾਂ ਪਿਤਾ ਕਦੇ ਇਹ ਨਹੀਂ ਕਹਿ ਸਕਦਾ ਕਿ ਮੈਨੂੰ ਆਪਣੇ ਪੁੱਤਰ ਧੀ ਨਾਲ ਲਗਾਵ ਨਹੀਂ ਹੈ। ਲਗਾਵ ਵੀ ਹੈ, ਪ੍ਰੇਮ ਵੀ ਹੈ, ਪਰ ਉਹ ਪਿਆਰ, ਉਹ ਲਗਾਵ ਕਦੇ ਮੋਹ ਦੀਆਂ ਤੰਦਾਂ ਬਣ ਕੇ ਉਹਨੇ ਜਕੜਿਆ ਨਹੀਂ।
ਜਾਂ ਇਉਂ ਕਹਿ ਲਈਏ ਉਸ ਪ੍ਰੇਮ ਨੂੰ ਕਦੇ ਮੋਹ ਦੀਆਂ ਤੰਦਾਂ ਬਣਨ ਹੀ ਨਹੀਂ ਦਿੱਤਾ, ਉਹਨੂੰ ਮੋਹ ਦੇ ਸੰਗਲ, ਮੋਹ ਦੀ ਫਾਹੀ ਕਦੇ ਬਣਨ ਹੀ ਨਹੀਂ ਦਿੱਤਾ। ਉਹ ਇੰਨਾ ਕੁ ਜ਼ਿਆਦਾ ਗੁਰੂ ਸਾਹਿਬ ਨੇ ਤਰੁੱਠ ਕੇ ਬਖਸ਼ਿਸ਼ ਕੀਤੀ ਕਿ ਅੰਦਰੋਂ ਮੋਹ ਦੀਆਂ ਤੰਦਾਂ ਨੂੰ ਤੋੜ ਕੇ ਰੱਖਤਾ, ਤੇ ਉਹ ਮੋਹ ਦੀਆਂ ਤੰਦਾਂ ਐਸੀਆਂ ਟੁੱਟੀਆਂ ਹੁਣ ਕਦੇ ਜ਼ਿੰਦਗੀ ਵਿਕਾਰੀ ਨਹੀਂ ਬਣੀ। ਤੇ ਮੇਰੇ ਸਾਹਿਬ ਕਹਿੰਦੇ, ਅੰਦਰੋਂ ਜਿਨ ਕਾ ਮੋਹ ਟੁੱਟਾ, ਜਿਨ੍ਹਾਂ ਦਾ ਅੰਦਰੋਂ ਮੋਹ ਟੁੱਟ ਗਿਆ, ਤਿਨ ਕਾ ਸ਼ਬਦ ਸੱਚੈ ਸਵਾਰਿਆ। ਉਹਨਾਂ ਦਾ ਜੀਵਨ ਹੀ ਗੁਰੂ ਨੇ ਸਵਾਰਤਾ, ਅਕਾਲ ਪੁਰਖ ਨੇ ਉਹਨਾਂ ਦਾ ਜੀਵਨ ਸਵਾਰਤਾ, ਜੀਵਨ ਨੂੰ ਚੰਗਿਆ ਬਣਾਤਾ, ਐਸਾ ਜੀਵਨ ਸਵਰਿਆ। ਹੁਣ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਫਿਰ ਐਸੀ ਖੇਡ ਬਣਦੀ ਹੈ। ਕਹੈ ਨਾਨਕ ਇਹ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਹੁਣ ਜਿੱਥੋਂ ਆਪਾਂ ਸ਼ੁਰੂਆਤ ਕੀਤੀ ਸੀ, ਚੰਗਾ ਖਾ ਕੇ ਆਨੰਦ ਕਹਿਣ ਵਾਲਿਆ, ਚੰਗਾ ਪਹਿਨ ਕੇ, ਚੰਗਾ ਵੇਖ ਕੇ ਬੋਲ ਕੇ ਆਨੰਦ ਕਹਿਣ ਵਾਲਿਆ, ਅਸਲ ਦੇ ਵਿੱਚ ਆਨੰਦ ਆ ਹੈ, ਕਹੈ ਨਾਨਕ ਇਹ ਆਨੰਦ ਹੈ। ਕਿਹੜਾ? ਜਿਹੜਾ ਹੁਣ ਉੱਪਰ ਪੜ੍ਹ ਕੇ ਆਏ ਆ, ਅੰਦਰੋਂ ਜਿਨ ਕਾ ਮੋਹ ਟੁੱਟਾ, ਕਰ ਕਿਰਪਾ ਕਿਲ ਵਿਖ ਕੱਟੇ, ਗਿਆਨ ਅੰਜਨ ਸਾਰਿਆ। ਜਿਹੜੇ ਕਿਰਪਾ ਦੇ ਪਾਤਰ ਬਣ ਗਏ, ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ। ਜਿਨ੍ਹਾਂ ਦੇ ਉੱਤੇ ਉਹ ਆਪ ਕਿਰਪਾ ਕਰ ਦਿੰਦਾ ਹੈ, ਆਪ ਰਹਿਮਤ ਕਰ ਦਿੰਦਾ ਹੈ। ਇਉਂ ਕਹਿ ਲਈਏ ਵੀ ਜਿਹੜੇ ਰਹਿਮਤ ਦੇ ਪਾਤਰ ਬਣ ਗਏ, ਉਹ ਜਿਨ੍ਹਾਂ ਦੇ ਕੋਲ ਗਿਆਨ ਦਾ ਸੁਰਮਾ ਗੁਰੂ ਨੇ ਦੇ ਦਿੱਤਾ, ਉਹ ਜਿਨ੍ਹਾਂ ਨੇ ਗੁਰੂ ਕੋਲੋਂ ਆ ਕੇ ਅਸਲ ਵਿੱਚ ਆਨੰਦ ਨੂੰ ਜਾਣਿਆ ਤੇ ਆਪਣੇ ਜੀਵਨ ਦੇ ਵਿੱਚੋਂ ਗੁਰੂ ਕੋਲੋਂ ਆ ਕੇ ਪਾਪ ਕਟਵਾ ਲਏ, ਪਾਪ ਕੱਟੇ ਗਏ, ਗੁਰੂ ਨੇ ਗਿਆਨ ਦਾ ਸੁਰਮਾ ਦੇ ਦਿੱਤਾ। ਉਹ ਗਿਆਨ ਦੇ ਅੰਜਨ ਸਦਕਾ ਜਦੋਂ ਅੰਦਰੋਂ ਮੋਹ ਟੁੱਟ ਗਿਆ, ਗੁਰੂ ਨੇ ਜੀਵਨ ਨੂੰ ਸਵਾਰ ਦਿੱਤਾ। ਜਦੋਂ ਜੀਵਨ ਸਵਰਿਆ, ਕਹੈ ਨਾਨਕ ਇਹ ਆਨੰਦ ਹੈ। ਫਿਰ ਆਖਦੇ ਨਾਨਕ ਜੀ ਵੀ ਇਹ ਆਨੰਦ ਹੈ, ਅਸਲ ਵਿੱਚ ਆ ਆਨੰਦ ਹੈ ਜਿਸ ਆਨੰਦ ਨੂੰ ਲੱਭਣ ਵਾਸਤੇ ਜੀਵ ਤੁਰਿਆ ਫਿਰਦਾ ਹੈ। ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਸੀ, ਪਾਪੀ ਬੰਦਾ ਕਦੇ ਪ੍ਰਸੰਨ ਨਹੀਂ ਹੋ ਸਕਦਾ, ਤੇ ਜਿਹਦੀ ਜ਼ਿੰਦਗੀ 'ਚੋਂ ਪਾਪ ਕੱਟਿਆ ਜਾਏਗਾ ਉਹ ਸਦੀਵ ਪ੍ਰਸੰਨਤਾ ਵਿੱਚ ਰਹਿੰਦਾ। ਜਿਵੇਂ ਇੱਕ ਬਾਲਕ ਹੈ, ਉਹ ਖੇਡਦਾ ਹੋਇਆ ਕੋਈ ਭੁੱਲ ਕਰ ਬੈਠਦਾ ਹੈ। ਉਹਦੇ ਮਨ ਵਿੱਚ ਇੱਕ ਡਰ ਬਣ ਗਿਆ ਕਿ ਜੇ ਮਾਂ-ਬਾਪ ਨੂੰ ਪਤਾ ਲੱਗ ਗਿਆ ਤੇ ਫਿਰ ਮਾਰ ਪਏਗੀ। ਉਹ ਡਰ ਜਾਂਦਾ ਹੈ। ਹੁਣ ਡਰ ਕਰਕੇ ਉਹ ਕੁਰਲਾਉਂਦਾ ਵੀ ਹੈ, ਕਈ ਵਾਰ ਰੋਂਦਾ ਵੀ ਹੈ। ਤੇ ਇੱਕ ਸਮਾਂ ਆਉਂਦਾ ਜਦੋਂ ਮਾਂ-ਬਾਪ ਇਹ ਕਹਿ ਦਿੰਦੇ ਵੀ ਚੱਲ ਕੋਈ ਨਹੀਂ ਪੁੱਤਰਾ, ਤੇਰੀ ਭੁੱਲ ਬਖਸ਼ੀ, ਤੈਨੂੰ ਮਾਫ ਕੀਤਾ। ਤੇ ਜਦੋਂ ਮਾਫ ਕਰ ਦਿੱਤਾ ਜਾਂਦਾ ਹੈ ਨਾ ਉਹਨੂੰ, ਤੇ ਉਦੋਂ ਬੜਾ ਪ੍ਰਸੰਨ ਹੁੰਦਾ, ਫਿਰ ਉਹ ਬੜਾ ਖੁਸ਼ ਹੁੰਦਾ ਵੀ ਮੇਰੀ ਮਾਂ, ਮੇਰੇ ਬਾਪ ਨੇ ਮੈਨੂੰ ਬਖਸ਼ ਦਿੱਤਾ ਹੈ। ਜਿਹਨੂੰ ਸਤਿਗੁਰੂ ਜੀ ਬਾਣੀ 'ਚ ਵੀ ਆਖਦੇ ਨੇ, ਸੁਤ ਅਪਰਾਧ ਕਰਤ ਹੈ ਜੇਤੇ ਜਨਨੀ ਚੀਤ ਨਾ ਰਾਖਸ ਤੇ ਤੇਰਾ, ਮਈਆ ਹਉ ਬਾਰਕ ਤੇਰਾ, ਕਾਹੇ ਨਾ ਖੰਡਸ ਅਵਗਣ ਮੇਰਾ। ਰੱਬ ਜੀ ਮੈਂ ਵੀ ਤੇ ਤੇਰਾ ਬਾਲਕ ਹੀ ਆ ਨਾ, ਹੁਣ ਭੁੱਲ ਬਖਸ਼ਾਉਣੀ ਆ ਅਸੀਂ। ਇਹ ਬਾਤ ਤੇ ਪੱਕੀ ਹੈ ਨਾ, ਅਸੀਂ ਖਤੇ ਬਹੁਤ ਕਮਾਵਦੇ ਅੰਤ ਨਾ ਪਾਰਾਵਾਰ। ਇਹ ਬਾਤ ਤੇ ਪੱਕੀ ਹੈ ਕਿ ਅਸੀਂ ਔਗਣ ਪਤਾ ਹੀ ਨਹੀਂ ਜ਼ਿੰਦਗੀ 'ਚ ਕਿੰਨੇ ਕੁ ਕਮਾਏ ਨੇ। ਲੇਖੇ ਕਤੇ ਨਾ ਛੂਟਈ, ਖਿਨ ਖਿਨ ਭੂਲਣਹਾਰ। ਇੱਕ ਇੱਕ ਖਿਨ ਮਾਤਰ ਸਮੇਂ ਵਿੱਚ ਸਾਡੀ ਭੁੱਲ ਹੈ, ਨਿਤਾ ਪ੍ਰਤੀ ਕੋਈ ਨਵੀਂ ਭੁੱਲ ਹੈ। ਤੇ ਗੁਰੂ ਕੋਲ ਆ ਕੇ ਕਹਿਣਾ ਹੀ ਪਏਗਾ ਨਾ, ਰਾਮਈਆ ਹਉ ਬਾਰਕ ਤੇਰਾ, ਕਾਹੇ ਨਾ ਖੰਡਸ ਅਵਗਣ ਮੇਰਾ। ਜਦੋਂ ਆ ਕੇ ਕਵਾਂਗੇ ਰਾਮਈਆ ਹਉ ਬਾਰਕ ਤੇਰਾ, ਤੇ ਕੀ ਗੁਰੂ ਤਰੁੱਠ ਕੇ ਕਿਰਪਾ ਨਹੀਂ ਕਰੇਗਾ? ਫਿਰ ਕਰ ਕਿਰਪਾ ਕਿਲ ਵਿਖ ਕੱਟੇ, ਫਿਰ ਗੁਰੂ ਕਿਲ ਵਿਖ ਕੱਟੇਗਾ। ਜਦੋਂ ਗੁਰੂ ਕਿਲ ਵਿਖ ਕੱਟੇਗਾ ਤੇ ਫਿਰ ਇੱਕ ਵਾਰੀ ਬੱਚਾ ਜਿਹੜੀ ਭੁੱਲ ਕਰ ਲਏ, ਜਦੋਂ ਪਤਾ ਹੈ ਵੀ ਇਹ ਭੁੱਲ ਕਰਨ ਦੇ ਉੱਤੇ ਮਾਰ ਪਏਗੀ,
ਮਾਂ-ਬਾਪ ਵੱਲੋਂ ਗੁੱਸੇ ਉਹਨਾਂ ਦਾ ਕ੍ਰੋਧ ਵੇਖਣਾ ਪਏਗਾ ਤੇ ਫਿਰ ਉਹ ਦੁਬਾਰਾ ਭੁੱਲ ਨਹੀਂ ਕਰਦਾ। ਗਿਆਨ ਅੰਜਨ ਸਾਰਿਆ, ਪਹਿਲੋਂ ਜਿਹੜੇ ਕਰਮ ਕਮਾਏ ਸਨ ਗੁਰੂ ਕੋਲੋਂ ਆ ਕੇ ਬਖਸ਼ਾ ਲਏ। ਡਰ ਸੀ ਇੱਕ ਵੀ ਸ਼ਾਇਦ ਨਾ ਬਖਸ਼ਿਆ ਜਾਵਾਂ, ਪਰ ਗੁਰੂ ਨੇ ਬਖਸ਼ਤਾ। ਜਦੋਂ ਬਖਸ਼ਿਆ ਗਿਆ ਗਿਆਨ ਅੰਜਨ ਹੁਣ ਤੌਬਾ ਕਰਤੀ ਵੀ ਅੱਜ ਤੋਂ ਬਾਅਦ 'ਚ ਇਹਨਾਂ ਕਰਮਾਂ ਨੂੰ ਨਹੀਂ ਕਮਾਉਂਦਾ, ਕਿਉਂਕਿ ਗਿਆਨ ਦਾ ਸੁਰਮਾ ਮਿਲ ਗਿਆ। ਹੁਣ ਉਸੇ ਗਿਆਨ ਦੇ ਸੁਰਮੇ ਨੇ ਰੱਬ ਦੇ ਨਾਲ ਇੰਨਾ ਕੁ ਪ੍ਰੇਮ ਪਾਤਾ, ਰੱਬ ਨਾਲ ਇੰਨਾ ਕੁ ਪ੍ਰੇਮ ਬਣਾਤਾ ਕਿ ਮੋਹ ਹੀ ਟੁੱਟ ਗਿਆ ਸੰਸਾਰ ਨਾਲੋਂ, ਉਪਰਾਮ ਹੋ ਗਏ। ਰਹਿ ਸੰਸਾਰ ਵਿੱਚ ਹੀ ਰਹੇ ਆ, ਗ੍ਰਸਥ ਜੀਵਨ ਨਿਭਾ ਰਹੇ ਆ, ਆਪਣੀ ਜ਼ਿੰਮੇਵਾਰੀਆਂ ਪਰਵਰਿਸ਼ ਸਾਰੀ ਆਪਣੀ ਜਿਹੜੀ ਬਣਦੀ ਹੈ, ਜੋ ਜ਼ਿੰਮੇਵਾਰੀਆਂ ਬਣਦੀਆਂ ਨੇ ਉਹਨਾਂ ਸਾਰੀਆਂ ਜ਼ਿੰਮੇਵਾਰੀਆਂ ਨੂੰ ਬਖੂਬੀ ਨਿਭਾ ਰਹੇ ਆ, ਪਰ ਉਪਰਾਮ ਹੋ ਕੇ ਨਿਭਾ ਰਹੇ ਆ। ਮਤਲਬ ਇਹ ਨਹੀਂ ਹੈ ਕਿ ਜਿੱਦਣ ਲੋੜ ਪਏਗੀ ਤੇ ਉਦਣ ਪਰਿਵਾਰ 'ਚ ਫਸ ਕੇ ਰਹਿ ਜਾਾਂਗੇ, ਉਦਣ ਪਰਿਵਾਰ ਦਾ ਤਿਆਗ ਕਰਨਾ ਵੀ ਜਾਣਦੇ ਆ। ਕੀ ਗੁਰੂ ਤੇਗ ਬਹਾਦਰ ਸਾਹਿਬ ਦਾ ਗੁਰੂ ਕਲਗੀਧਰ ਸਾਹਿਬ ਨਾਲ ਪ੍ਰੇਮ ਨਹੀਂ ਸੀ? ਤੇ ਕੀ ਗੁਰੂ ਕਲਗੀਧਰ ਸਾਹਿਬ ਦਾ ਪਿਆਰ ਨਹੀਂ ਸੀ ਆਪਣੇ ਪਿਤਾ ਦੇ ਨਾਲ? ਖੁਦ ਆਪ ਕਹਿਣਾ ਵੀ ਤੁਹਾਡੇ ਤੋਂ ਵੱਡਾ ਮਹਾਂਪੁਰਸ਼ ਕੌਣ ਹੋ ਸਕਦਾ ਹੈ? ਤਿਆਗ। ਫਿਰ ਆਪਣੇ ਬੱਚਿਆਂ ਨੂੰ ਅਗਾਂਹ ਤੋਰਨਾ। ਚਲੋ ਕਈ ਵਾਰੀ ਜੀਵ ਸੋਚਦਾ ਜੀ ਮੇਰੇ ਪਿਤਾ ਨੂੰ ਤੇ ਮੈਂ ਸ਼ਹੀਦ ਕਰਵਾ ਲਿਆ, ਪਰ ਆਪਣੇ ਪੁੱਤਰ ਮੈਂ ਸੰਭਾਲ ਕੇ ਰੱਖਾਂਗਾ। ਫਿਰ ਆਪਣੇ ਵੀ ਤੋਰ ਤੇ, ਔਰ ਤੋਰੇ ਵੀ ਅੱਖਾਂ ਸਾਹਮਣੇ। ਪਿਤਾ ਦਾ ਸੀਸ ਅੱਖਾਂ ਸਾਹਮਣੇ ਆਇਆ ਹੈ, ਪਰ ਪਿਤਾ ਸ਼ਹੀਦ ਕਿਵੇਂ ਹੋਏ ਨੇ ਉਹ ਅੱਖਾਂ ਸਾਹਮਣੇ ਨਹੀਂ ਸੀ। ਸੀਸ ਕੇਵਲ ਪਹੁੰਚਿਆ ਕੋਲੇ ਆਨੰਦਪੁਰ ਸਾਹਿਬ ਦੀ ਧਰਤੀ ਤੇ, ਪਰ ਪੁੱਤਰ ਤੇ ਅੱਖਾਂ ਸਾਹਮਣੇ ਫੱਟੜ ਹੁੰਦੇ ਵੇਖੇ ਨਾ, ਅੱਖਾਂ ਸਾਹਮਣੇ ਛਾਤੀਆਂ ਵਿੰਨੀਆਂ ਜਾਂਦੀਆਂ, ਸਰੀਰਾਂ ਉੱਤੇ ਫੱਟ ਲੱਗਦੇ ਵੇਖੇ, ਅੱਖਾਂ ਸਾਹਮਣੇ ਚਮਕੌਰ ਦੀ ਗੜੀ ਵਿੱਚ ਡਿੱਗਦੇ ਵੇਖੇ ਨੇ ਨਾ। ਪਰ ਕੀ ਮੋਹ ਨਹੀਂ ਸੀ? ਜਿਨ੍ਹਾਂ ਨੂੰ ਤੋਰਨ ਲੱਗਿਆਂ ਆਪ ਖੁਦ ਦੁਲਾਰ ਦੇ ਕੇ ਪਿਆਰ ਦੇ ਕੇ ਤੋਰਦੇ ਨੇ। ਕੀ ਗੁਰੂ ਕਲਗੀਧਰ ਸਾਹਿਬ ਦਾ ਪਿਆਰ ਨਹੀਂ ਸੀ? ਪਰ ਮੋਹ ਨਹੀਂ ਹੈ ਅੰਦਰ, ਵਿਕਾਰ ਨਹੀਂ ਹੈ। ਤੇ ਕੀ ਦਾਦੀ ਦਾ ਪੋਤਿਆਂ ਨਾਲ ਪਿਆਰ ਨਹੀਂ? ਮਾਂ ਗੁਜਰੀ ਦਾ ਜ਼ੋਰਾਵਰ ਸਿੰਘ ਜੀ ਨਾਲ, ਬਾਬਾ ਫਤਿਹ ਸਿੰਘ ਨਾਲ ਪ੍ਰੇਮ ਨਹੀਂ? ਪਰ ਹਰ ਹਾਲਾਤ ਨੂੰ ਹੰਢਾਇਆ ਨਾ ਆਪਣੇ ਤਨ ਉੱਤੇ, ਹਰ ਸਮੇਂ ਨੂੰ ਆਪਣੇ ਤਨ ਤੇ ਹੰਢਾਇਆ। ਮੋਹ ਟੁੱਟਾ। ਤੇ ਜਿਹਦਾ ਮੋਹ ਟੁੱਟ ਜਾਂਦਾ ਤਿਨਕਾ ਸ਼ਬਦ ਸੱਚਾ ਸਵਾਰਿਆ। ਜਿੱਦਣ 3 ਸਾਲਾਂ ਦੇ ਅਜੈ ਸਿੰਘ ਨੂੰ ਅੱਖਾਂ ਦੇ ਸਾਹਮਣੇ ਸ਼ਹੀਦ ਕੀਤਾ ਜਾਂਦਾ ਹੈ, ਉਦਣ ਅੱਖਾਂ ਸਾਹਮਣੇ ਸ਼ਹੀਦ ਕਰਵਾਉਣ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਜੀ ਚੇਤਾ ਤੇ ਬਾਬਾ ਅਜੀਤ ਸਿੰਘ ਤੇ ਜੁਝਾਰ ਸਿੰਘ ਨੂੰ ਹੀ ਕਰਦੇ ਨਾ ਵੀ ਧੰਨ ਗੁਰੂ ਕਲਗੀਧਰ ਸਾਹਿਬ ਜੀ, ਤੁਸੀਂ 18 ਸਾਲ ਤੇ 16 ਸਾਲ ਪਾਲੇ, ਤੁਹਾਡਾ ਪ੍ਰੇਮ ਵੱਧ ਹੈ, ਮੇਰੇ ਕੋਲ ਤੇਰੇ ਹੋਇਆ ਹੀ 3 ਸਾਲਾਂ ਦਾ ਹੈ। ਇੱਕ ਚੀਜ਼ 3 ਸਾਲ ਨੇ, ਉਹਦੇ ਨਾਲ ਓਨਾ ਮੋਹ ਨਹੀਂ। ਜਿੰਨਾ ਲੰਮਾ ਸਮਾਂ ਅਸੀਂ ਕਿਸੇ ਵਸਤੂ ਨਾਲ ਲੰਘਾਵਾਂਗੇ ਓਨਾ ਹੀ ਲਗਾਵ ਉਹਦੇ ਨਾਲ ਬਣ ਜਾਂਦਾ ਹੈ। ਜਿੰਨਾ ਨੇੜਲਾ ਰਿਸ਼ਤਾ ਕਿਸੇ ਨਾਲ ਨਿਭਾਵਾਂਗੇ ਓਨਾ ਹੀ ਲਗਾਵ ਉਹਦੇ ਨਾਲ ਬਣ ਜਾਂਦਾ ਹੈ, ਤੇ ਜਿੰਨਾ ਲੰਮਾ ਸਮਾਂ ਨਿਭਾਵਾਂਗੇ ਓਨਾ ਹੀ ਲਗਾਵ ਬਣ ਜਾਏਗਾ। ਮਾਲਕਾ ਤੂੰ 18 ਸਾਲਾਂ ਦੇ ਨੂੰ ਜੰਗ ਵਿੱਚ ਤੋਰਨ ਲੱਗਿਆ, ਇੱਕ ਵਾਰ ਵੀ ਨਹੀਂ ਵਿਚਾਰਿਆ ਮੇਰੇ ਕੋਲ ਤੇਰੇ ਫਿਰ 3 ਸਾਲ ਹੋਏ ਨੇ। ਮੋਹ ਟੁੱਟਾ, ਤਿਨਕਾ ਸ਼ਬਦ ਸੱਚਾ ਸਵਾਰਿਆ। ਉਹਨਾਂ ਦਾ ਫਿਰ ਜੀਵਨ ਅਕਾਲ ਪੁਰਖ ਆਪ ਸਵਾਰ ਦਿੰਦਾ ਹੈ। ਜਿਨ੍ਹਾਂ ਦਾ ਐਸਾ ਜੀਵਨ ਬਣ ਜਾਂਦਾ ਹੈ, ਕਹੇ ਨਾਨਕ ਇਹ ਆਨੰਦ ਹੈ। ਨਾਨਕ ਜੀ ਆਖਦੇ ਵੀ ਇਹ ਆਨੰਦ ਹੈ। ਤੇ ਇਹ ਆਨੰਦ ਕਿੱਥੋਂ ਮਿਲਦਾ ਹੈ? ਆਨੰਦ ਗੁਰ ਤੇ ਜਾਣਿਆ। ਇਹ ਆਨੰਦ ਜਿਹੜਾ ਇਹ ਗੁਰੂ ਕੋਲੋਂ ਜਾਣਿਆ ਜਾਂਦਾ ਹੈ, ਜਾਂ ਇਉਂ ਕਹਿ ਲਈਏ ਇਸ ਆਨੰਦ ਦੀ ਪ੍ਰਾਪਤੀ ਵੀ ਗੁਰੂ ਕੋਲੋਂ ਹੀ ਹੁੰਦੀ ਹੈ। ਸਤਿਗੁਰੂ ਪਾਤਸ਼ਾਹ ਕਿਤੇ ਬਖਸ਼ਿਸ਼ ਕਰਨ, ਸਾਹਿਬ ਅੱਗੇ ਹੱਥ ਜੋੜ ਕੇ ਅਰਜ਼ੋਈਆਂ ਕਰਨ ਦੀ ਸਾਨੂੰ ਵੀ ਜਾਚ ਆ ਜਾਏ, ਤੇ ਮਾਲਕ ਨੂੰ ਅਸੀਂ ਆਖ ਸਕੀਏ ਵੀ ਸਤਿਗੁਰੂ ਕਿਤੇ ਕਿਰਪਾ ਕਰੋ, ਰਹਿਮਤ ਕਰੋ, ਇਹ ਆਨੰਦ ਅਸੀਂ ਵੀ ਆਪਣੇ ਜੀਵਨਾਂ ਵਿੱਚ ਹਾਸਲ ਕਰ ਲਈਏ, ਸੰਸਾਰ ਨਾਲੋਂ ਮੋਹ ਟੁੱਟ ਜਾਏ ਤੇ ਤੁਹਾਡੇ ਨਾਲ ਪ੍ਰੇਮ ਬਣ ਜਾਏ।
ਏਦਾਂ ਦਾ ਪ੍ਰੇਮ ਤੁਹਾਡੇ ਨਾਲ ਬਣੇ ਕਿ ਹੁਣ ਕਿ ਸਾਡਾ ਮਨ ਇਸ ਅਵਸਥਾ ਤੇ ਪਹੁੰਚ ਜਾਏ ਜਿਹੜਾ ਇਹ ਆਖੇ ਕਿ ਅਸੀਂ ਆਪਣੀ ਪ੍ਰੀਤ ਤੇਰੇ ਨਾਲ ਜੋੜੀ ਹੈ, ਤੇ ਸਤਿਗੁਰੂ ਤੇਰੇ ਨਾਲੋਂ ਤੋੜ ਕੇ ਅਸੀਂ ਕਿਹਦੇ ਨਾਲ ਜੋੜਾਂਗੇ? ਹੁਣ ਸਾਡੇ ਕੋਲ ਕੋਈ ਹੋਰ ਟਿਕਾਣਾ ਨਹੀਂ ਹੈ। ਮਨ ਇਸ ਅਵਸਥਾ ਦਾ ਮਾਲਕ ਬਣ ਜਾਏ। ਗੁਰੂ ਅੱਗੇ ਇਹ ਅਰਦਾਸ, ਇਹ ਅਰਜ਼ੋਈ ਨਿਤਾ ਪ੍ਰਤੀ ਕਰਦੇ ਰਿਹਾ ਕਰੋ, ਤੇ ਗੁਰੂ ਹੀ ਹੈ ਜਿਹੜਾ ਸਾਡੇ ਜੀਵਨ ਨੂੰ ਸਵਾਰ ਸਕਦਾ ਤੇ ਜੀਵਨ ਨੂੰ ਆਨੰਦਿਤ ਬਣਾ ਸਕਦੇ ਨੇ। ਗੁਰ ਵਡ ਭਾਗੀ ਪਾਇਆ, ਐਸਾ ਗੁਰ ਵਡ ਭਾਗੀ ਪਾਇਆ। ਗੁਰ ਵਡ ਭਾਗੀ ਪਾਇਆ, ਐਸਾ ਗੁਰ ਵਡ ਭਾਗੀ ਪਾਇਆ। ਗੁਰ ਵਡ ਭਾਗੀ ਪਾਇਆ, ਐਸਾ ਗੁਰ ਵਡ ਭਾਗੀ ਪਾਇਆ। ਗੁਰ ਵਡ ਭਾਗੀ ਪਾਇਆ, ਐਸਾ ਗੁਰ ਵਡ ਭਾਗੀ ਪਾਇਆ। फूले मार्ग जिन है बताया, फूले मार्ग जिन है बताया। ऐसा गुरवड भागी पाया, ऐसा गुरवड भागी पाया। गुरवड भागी पाया, ऐसा गुरवड भागी पाया। गुरवड भागी पाया, ऐसा गुरवड भागी पाया। ਸਤਿਗੁਰੂ ਪਾਤਸ਼ਾਹ ਮਿਹਰ ਕਰਨ, ਸਾਡੇ ਸਭਨਾਂ ਦੇ ਸਿਰਾਂ ਉੱਤੇ ਆਪਣਾ ਬਖਸ਼ਿਸ਼ ਭਰਿਆ, ਰਹਿਮਤ ਭਰਿਆ ਹੱਥ ਰੱਖਣ। ਕਿਤੇ ਸਾਡੇ 20 ਝੋਲੀਆਂ ਦੇ ਵਿੱਚ ਮਾਲਕ ਪਾਤਸ਼ਾਹ ਜੀ ਆਪਣੇ ਦਰ ਤੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਪਾਉਣ, ਤਾਂ ਜੋ ਸਾਡੇ ਵੀ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮਿਲੇ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਬਚਨ ਆਪਣੇ ਹਿਰਦਿਆਂ ਵਿੱਚ ਵਸਾ ਲਈਏ। ਅੰਦਰੋਂ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚੇ ਸਵਾਰਿਆ। ਕਹਿ ਨਾਨਕ ਇਹ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ, ਸਤਿ ਗੁਰ ਪ੍ਰਸਾਦ।